ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਹੁ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝਹਿ ਤਾਹਿ ਸਤਿਜੁਗ ਰਥ ਸੰਤੋਖ ਕਾ ਧਰਮ ਅਗੈ ਰਥ ਵਾਹੁ ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥ ਵਾਹੁ ਦੁਆਪਰ ਦੁਆਪੁਰ ਰਥ ਤਪੈ ਕਾ ਸਤ ਅਗੈ ਰਥ ਵਾਹੁ ਕਲ ਜੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੁ ਦੁਆਪੁਰ ਰਥ ਤਪੈ ਕਾ ਸਤ ਅਗੈ ਰਥ ਵਾਹੁ ਕਲ ਜੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੁ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਤੋਂ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਕੁਝ ਦਿਨਾਂ ਦੇ ਇਹ ਵਿਸ਼ੇਸ਼ ਦੀਵਾਨ ਇਸ ਅਸਥਾਨ ਤੇ ਆਯੋਜਿਤ ਕੀਤੇ ਜਾ ਰਹੇ ਨੇ। ਜੋ ਸੰਗਤ ਰੋਜ਼ਾਨਾ ਪੀਟੀਸੀ ਤੇ ਲੜੀਵਾਰ ਆਸਾ ਕੀ ਵਾਰ ਦੀ ਵਿਚਾਰ ਸਰਵਣ ਕਰ ਰਹੀ ਹੈ, ਉਹਨਾਂ ਨੂੰ ਇਹ ਭਲੀ ਭਾਂਤ ਜਾਣਕਾਰੀ ਹੈ ਕਿ ਵੱਖ-ਵੱਖ ਅਸਥਾਨਾਂ ਤੇ ਆਸਾ ਕੀ ਵਾਰ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਹੋਈ। ਭਾਵਾਂ ਕਿ ਇਹ ਪੌੜੀਆਂ ਦੀ ਵਿਚਾਰ ਭਾਈ ਰਣਧੀਰ ਸਿੰਘ ਨਗਰ ਗੁਰੂ ਘਰ ਵਿੱਚ ਕੀਤੀ ਗਈ, ਪਰ ਫਿਰ ਵੀ ਪਤਾ ਨਹੀਂ ਕਿ ਉਹਨਾਂ ਦੀ ਖਰਾਬੀ ਟੈਕਨੀਕਲ ਹੋਈ। 3 ਪੌੜੀਆਂ ਦੀ ਵਿਚਾਰ ਉਹਨਾਂ ਪਾਸੋਂ ਡਿਲੀਟ ਹੋ ਗਈ। 13, 14 ਔਰ 15 ਇਸੇ ਕਾਰਨ ਕਰਕੇ ਚੱਲ ਰਹੀ ਲੜੀਵਾਰ ਜੋ ਕਥਾ ਚੈਨਲ ਤੇ ਹੈ ਉਹ ਰੁਕ ਗਈ, ਕਿਉਂਕਿ ਉਹਨਾਂ ਕੋਲ ਅੱਗੇ ਵਿਚਾਰ ਦੇਣ ਵਾਸਤੇ ਵਿਆਖਿਆ ਹੈ ਨਹੀਂ ਸੀ। ਆਓ ਆਪ ਸੁਬਹ ਸ਼ਾਮ ਸਹਿਯੋਗ ਬਖਸ਼ੋ। ਵਿਦਿਆਰਥੀ ਬੈਠੇ ਨੇ, ਆਪ ਸਤ ਸੰਗਤ ਰੂਪ ਅੰਦਰ ਦੂਰੋਂ ਨੇੜਿਓਂ ਸੱਜਣ ਇਕੱਠੇ ਹੋਏ ਬੈਠੇ ਹੋ। 13ਵੀਂ ਪੌੜੀ ਨਾਲ 2 ਸ਼ਲੋਕ ਨੇ, ਕਿਉਂਕਿ 24 ਪੌੜੀਆਂ ਆਸਾ ਕੀ ਵਾਰ ਦੀਆਂ ਨੇ ਤੇ ਹਰ ਪੌੜੀ ਦੇ ਨਾਲ ਸਤਿਗੁਰਾਂ ਦੇ ਸ਼ਲੋਕ ਦਰਜ ਨੇ। ਗੁਰੂ ਨਾਨਕ ਸਾਹਿਬ ਜੀ ਦੇ ਔਰ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਸ਼ਲੋਕ ਨੇ ਆਸਾ ਕੀ ਵਾਰ ਦੀਆਂ ਇਸ ਪੌੜੀਆਂ ਨਾਲ। ਮੈਂ ਪੌੜੀਆਂ ਲਫ਼ਜ਼ ਤਾਂ ਵਰਤਿਆ, ਬਾਣੀ ਦੀ ਸੋਝੀ ਵਾਲਿਆਂ ਨੂੰ ਪਤਾ ਹੈ ਕਿ ਜਿਹੜੀਆਂ ਵਾਰਾਂ ਹੁੰਦੀਆਂ ਨੇ ਇਹਨਾਂ ਨਾਲ ਸ਼ਲੋਕ ਨਹੀਂ ਉਚਾਰਨ ਕੀਤੇ ਹੋਏ ਹੁੰਦੇ। ਵਾਰਾਂ ਸਿਰਫ ਤੇ ਸਿਰਫ ਪੌੜੀਆਂ ਹੁੰਦੀਆਂ ਨੇ। ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਉਹਨਾਂ ਨੇ ਇਹਨਾਂ ਪੌੜੀਆਂ ਦੇ ਨਾਲ ਜਿਹੜੇ ਢੁਕਵੇਂ ਸ਼ਲੋਕ ਸਨ ਉਹ ਦਰਜ ਕਰ ਦਿੱਤੇ, ਪਰ ਜਿਹੜੇ ਸ਼ਲੋਕ ਬਚ ਗਏ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਇਸ ਸਰਲੇਖ ਅੰਦਰ ਦਰਜ ਕੀਤਾ, ਸ਼ਲੋਕ ਵਾਰਾਂ ਤੇ ਵਧੀਕ। ਇਹਦਾ ਮਤਲਬ ਇਹ ਸੀ ਕਿ ਇਹ ਜਿਹੜੇ ਸ਼ਲੋਕ ਨੇ ਇਹ ਵਾਰਾਂ ਤੋਂ ਵਧੇ ਹੋਏ ਸ਼ਲੋਕ ਨੇ। ਹਾਲਾਂਕਿ ਬਸੰਤ ਕੀ ਵਾਰ ਮਹੱਲ 5ਵਾਂ ਉਸ ਦੀਆਂ ਸਿਰਫ 3 ਪੌੜੀਆਂ ਨੇ, ਪਰ ਸਤਿਗੁਰੂ ਨੇ ਕੋਈ ਸ਼ਲੋਕ ਨਾਲ ਦਰਜ ਨਹੀਂ ਕੀਤਾ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਗੁਰੂ ਘਰ ਦੇ ਰਬਾਬੀ ਸਾਹਿਬ ਦੀਆਂ ਪੌੜੀਆਂ ਨੇ, ਉਹ 8 ਪੌੜੀਆਂ ਨੇ। ਉਹਨਾਂ ਪੌੜੀਆਂ ਦਾ ਨਾਲ ਕੋਈ ਵੀ ਸ਼ਲੋਕ ਦਰਜ ਨਹੀਂ ਕੀਤਾ ਹੋਇਆ। ਇਹ ਸਤਿਗੁਰੂ ਦੀ ਮੌਜ ਕਿ ਉਹਨਾਂ ਸਰਲੇਖ ਲਿਖ ਦਿੱਤਾ ਸ਼ਲੋਕ ਵਾਰਾਂ ਤੇ ਵਧੀਕ। ਪਰ ਜਿਹੜੀ ਲੜੀਵਾਰ ਵਿਚਾਰ ਚੱਲ ਰਹੀ ਹੈ ਇਸ 13ਵੀਂ ਪੌੜੀ ਨਾਲ, ਖਾਸ ਕਰਕੇ ਇਹ ਜਿਹੜੇ 2 ਸ਼ਲੋਕ ਨੇ ਆਸਾ ਕੀ ਵਾਰ ਦੀ ਕਥਾ ਕਰਦਿਆਂ ਮੇਰਾ ਖਿਆਲ
17-18 ਪੌੜੀਆਂ ਤੱਕ ਦਾਸ ਪਹੁੰਚ ਚੁੱਕਾ ਸੀ। ਇਹ ਫਿਰ ਰਿਪੀਟ ਕਰਨੀ ਪਈ। ਸਭ ਤੋਂ ਜ਼ਿਆਦਾ ਮਹਿੰਗੀ ਕਥਾ ਇਹਨਾਂ 2 ਸ਼ਲੋਕਾਂ ਦੀ ਹੈ। ਉਂਝ ਤਾਂ ਸਤਿਗੁਰੂ ਕੀ ਬਾਣੀ ਦਾ ਕੋਈ ਪਾਰਾਵਾਰ ਪਾ ਹੀ ਨਹੀਂ ਸਕਦਾ। ਕਿਸੇ ਇਨਸਾਨ ਕੋਲ ਇੰਨੀ ਸਮਰੱਥਾ ਨਹੀਂ। ਜਿਤਨੀ ਮਰਜ਼ੀ ਉਹਦੇ ਕੋਲ ਅਕਲ, ਸਿਆਣਪ, ਗਿਆਨ ਹੋਵੇ, ਪਰ ਇਹ ਗੱਲ ਨੂੰ ਚੇਤੇ ਰੱਖਿਓ, ਇਸ ਬੇਅੰਤ ਗੁਰੂ ਦੇ ਸ਼ਬਦ ਦਾ ਅੰਤ ਕੋਈ ਵੀ ਵਿਦਵਾਨ ਨਹੀਂ ਪਾ ਸਕਦਾ। ਉਸ ਦਾ ਇੱਕ ਕਾਰਨ ਹੈ। ਕਈ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਐਸੇ ਨੇ ਜਿੱਥੇ ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਵੀ ਇਹ ਸ਼ਬਦ ਕਹਿੰਦੇ ਪਏ ਨੇ, ਹੇ ਪ੍ਰਭੂ ਤੂੰ ਇਸ ਤੋਂ ਅੱਗੇ ਹੈ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਤੇਰੇ ਬਾਰੇ ਕੁਝ ਬੋਲ ਸਕਾਂ। ਦੇਖੋ, ਆਪਾਂ ਜਪਜੀ ਸਾਹਿਬ 'ਚ ਹੀ ਰੋਜ਼ ਪੜ੍ਹਨੇ ਆ, ਕਥਨਾ ਕਥੀ ਨਾ ਆਵੇ ਤੋਟ। ਕਥਨ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਥ ਕਥ ਕਥੀ ਕੋਟੀ ਕੋਟ ਕੋਟ। ਜਾਂ ਅਸੀਂ ਸਤਿਗੁਰੂ ਦੇ ਇਹ ਅੰਮ੍ਰਿਤ ਬਚਨ ਪੜ੍ਹਨੇ ਖਾਂ ਕਿ ਨਾਨਕ ਕਥਨਾ ਕਰੜਾ ਸਾਰ। ਸਾਰ ਦਾ ਅਰਥ ਹੁੰਦਾ ਲੋਹਾ। ਦਾਸ ਕਹਿੰਦਾ ਇਹਦੇ ਤੋਂ ਹੀ ਸ਼ਬਦ ਸਰੀਆ ਬਣਿਆ ਹੈ। ਸਾਰ ਦਾ ਅਰਥ ਸੰਭਾਲ ਵੀ ਹੈ, ਸਾਰ ਦਾ ਅਰਥ ਨਚੋੜ ਵੀ ਹੈ, ਪਰ ਇੱਥੇ ਸਾਰ ਲਫ਼ਜ਼ ਦਾ ਅਰਥ ਹੈ ਲੋਹਾ। ਜਿਵੇਂ ਕੋਈ ਇਨਸਾਨ ਆਪਣੇ ਦੰਦਾਂ ਦੇ ਨਾਲ ਲੋਹੇ ਨੂੰ ਨਹੀਂ ਚਬਾ ਸਕਦਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪ੍ਰਭੂ ਸੱਚਖੰਡ ਦੀ ਉਸ ਅਵਸਥਾ ਨੂੰ ਬਿਆਨ ਕਰਨਾ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਆਪਣੇ ਦੰਦਾਂ ਦੇ ਨਾਲ ਕਰੜੇ ਲੋਹੇ ਨੂੰ ਚਬਾਣਾ ਹੈ। ਇਹਦਾ ਮਤਲਬ ਇਹ ਲੋਹਾ ਚਬਾਇਆ ਨਹੀਂ ਜਾ ਸਕਦਾ। ਤੇ ਇਸੇ ਤਰ੍ਹਾਂ ਪ੍ਰਭੂ ਇਸ ਗੱਲ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਪਰ ਮੈਂ ਤਾਂ ਬੇਨਤੀ ਕੀਤੀ, ਇਹ 2 ਸ਼ਲੋਕ, ਇੱਕ ਤਾਂ ਇਹਨਾਂ ਵਿੱਚ 4 ਯੁੱਗਾਂ ਦਾ ਜ਼ਿਕਰ ਹੈ। ਦੂਸਰਾ ਅਗਲੇ ਸ਼ਲੋਕ ਵੀ ਸੁਭਾ ਆਪਾਂ ਦੇਖਾਂਗੇ, ਉਹਦੇ ਵਿੱਚ 4 ਵੇਦਾਂ ਦਾ ਜ਼ਿਕਰ ਹੈ। ਕਿਸ ਵੇਦ ਵਿੱਚ ਕਿਸ ਰੂਪ ਵਿੱਚ ਪ੍ਰਭੂ ਨੂੰ ਬਿਆਨ ਕਰਨ ਦਾ ਯਤਨ ਕੀਤਾ। ਪਰ ਇਹ ਗੱਲ ਚੇਤੇ ਰੱਖਿਓ, ਇਹਨਾਂ ਦੋਨਾਂ ਸ਼ਲੋਕਾਂ ਦਾ ਤਤ ਭਾਵ, ਬਾਕੀ ਤਾਂ ਆਪਾਂ ਅੱਖਰੀ ਅਰਥ ਵਿਚਾਰ ਸਾਰੀ ਕਰਾਂਗੇ ਵੀ ਅਰਥ ਕੀ ਨੇ, ਪਰ ਇਹਨਾਂ ਦੋਨਾਂ ਸ਼ਲੋਕਾਂ ਦਾ ਤਤ ਭਾਵ ਇਹੀ ਹੈ ਕਿ ਭਾਉ ਭਗਤ ਕਰ ਨੀਚ ਸਦਾਏ। ਵੀ ਗੁਰਮਤਿ ਦਾ ਤਤ ਗਿਆਨ ਕਹਿ ਕਿ ਪ੍ਰਭੂ ਦੀ ਪ੍ਰੇਮਾ ਭਗਤੀ ਕਰੇ, ਪਰ ਭਗਤੀ ਕਰਕੇ ਦਾਵਾ ਮਤ ਬਣੇ। ਜਿੰਨਾ ਸਿਮਰਨ ਪ੍ਰੇਮਾ ਭਗਤੀ ਕਰੇ, ਉਹਨਾਂ ਨਿਮਰਤਾ ਵਿੱਚ ਆਪਣੇ ਆਪ ਨੂੰ ਨੀਵਾਂ ਹੀ ਸਦਾਏ। ਅੱਜ ਜਿਹੜਾ ਸ਼ਲੋਕ ਅਸੀਂ ਆਰੰਭ ਕਰਨ ਲੱਗੇ ਹਾਂ, ਇਸ ਦੀ ਆਰੰਭਤਾ ਹੈ ਕਿਉਂਕਿ ਮੇਰਾ ਵਿਸ਼ਾ ਹੈ ਕਿ ਜ਼ਿਆਦਾ ਬਾਹਰ ਦੀਆਂ ਗੱਲਾਂ ਸੁਣਾਉਣ ਦੀ ਥਾਂ ਜੋ ਸ਼ਲੋਕ ਅਸੀਂ ਪੜ੍ਹਿਆ ਇਹਦੇ ਅਰਥ ਕੀ ਨੇ, ਇਹਦਾ ਭਾਵ ਕੀ ਹੈ, ਸਾਨੂੰ ਗੁਰਬਾਣੀ ਦੇ ਅਰਥ ਦੀ ਸਮਝ ਪਵੇ। ਕਿਉਂਕਿ ਐਸਤਾ ਹੁਣ ਅਸੀਂ ਦੇਖਨੇ ਆ ਕਥਾ ਦਾ ਜਿਹੜਾ ਇੱਕ ਤਰੀਕਾ ਸੀ ਉਹ ਚੇਂਜ ਹੁੰਦਾ ਪਿਆ ਹੈ। ਅੱਜ ਜ਼ਿਆਦਾਤਰ ਕਥਾ ਜਿਹੜੀ ਹੈ ਉਹ ਵਕਤੀ ਜਿਹੜੇ ਸਿਆਸੀ ਮੁੱਦੇ ਨੇ ਉਹਨਾਂ ਦੇ ਦੁਆਲੇ ਘੁੰਮਦੀ ਪਈ ਹੈ, ਕਿਉਂਕਿ ਲੋਕ ਉਹਨੂੰ ਸੁਣਨ ਵਿੱਚ ਬੜਾ ਇੰਟਰਸਟ ਰੱਖਦੇ। ਮੈਂ ਇਹ ਨਹੀਂ ਕਹਾਂਗੇ ਪੰਥਕ ਮੁੱਦੇ ਦੀ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਨਹੀਂ ਕਰਨੀ ਚਾਹੀਦੀ, ਰੱਜ ਕੇ ਕਰੋ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਪਿੱਛੇ ਮੱਤ ਰੱਖ ਕੇ ਕਰੋ। ਹਾਂ, ਗੁਰੂ ਗ੍ਰੰਥ ਸਾਹਿਬ ਦੇ ਜਿਸ ਸ਼ਬਦ ਦੀ ਕਥਾ ਕਰ ਰਹੇ ਹਾਂ, ਜ਼ਿਆਦਾ ਟਾਈਮ ਉਸ ਕਥਾ ਵੱਲ ਦਿਓ। ਕਥਾ ਦੀ ਸਮਾਪਤੀ ਤੋਂ ਬਾਅਦ ਆਪਣੇ ਪੰਥਕ ਵਿਚਾਰ ਤੁਸੀਂ ਖੁੱਲ੍ਹ ਕੇ ਰੱਖੋ। ਇੱਥੇ ਬੇਨਤੀ ਹੈ, ਸਤਿਗੁਰੂ ਨੇ ਸ਼ਬਦ ਵਰਤਿਆ ਹੈ, ਪਹਿਲਾ ਹੈ ਸ਼ਲੋਕ ਮਹੱਲਾ ਪਹਿਲਾ। ਇਹ ਸਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿਵੇਂ ਕਵਿਤਾ ਵਿੱਚ ਦੋਹਰਾ ਹੁੰਦਾ ਹੈ, ਦੋਹਰਾ ਹੈ, ਸਵਈਆ ਹੈ, ਰੱਡ ਹੈ, ਪੁੰਡਲੀਆ ਹੈ, ਸ਼ੰਤ ਨੇ। ਇਸੇ ਤਰ੍ਹਾਂ ਜਿਹੜੀ ਕਾਵਕ ਰਚਨਾ ਹੈ ਉਹਦੇ ਵਿੱਚ ਸ਼ਲੋਕ ਵੀ ਹੈ। ਮਹੱਲਾ ਪਹਿਲਾ ਦਾ ਅਰਥ ਕਿ ਇਸ ਸ਼ਲੋਕ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਇਸ ਦੇ ਆਰੰਭ ਕਰਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ। ਹੁਣ ਇੱਥੇ ਲਫ਼ਜ਼ ਵੱਲ ਧਿਆਨ ਦਿਆ ਜੇ। ਸ਼ਬਦ ਆਇਆ ਨਾਨਕ, ਇਹਦਾ ਅਰਥ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾ ਰਹੇ ਨੇ। ਇਹਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਨੇ। ਭਾਵਾਂ ਕਿ ਟੀਕਾਕਾਰਾਂ ਨੇ
ਖੇ ਨਾਨਕ ਦਾਸ ਨਾਨਕ ਦਾਨਕ ਬੇਨਤੀ ਕਰਦਾ। ਇਹ ਲਫ਼ਜ਼ ਵਿਆਕਰਣਕ ਤੌਰ ਤੇ ਵਰਤੇ ਨੇ, ਪਰ ਚੇਤੇ ਰੱਖੋ ਆਪਾਂ ਸਿੱਖ ਹਾਂ, ਆਪਾਂ ਗੁਰੂ ਦੇ ਨਾਮ ਨੂੰ ਅਦਬ ਨਾਲ ਹੀ ਲੈਣਾ ਹੈ। ਮੇਰੀ ਬੇਨਤੀ, ਹਾਲਾਂਕਿ ਮੈਂ ਸ਼ਬਦ ਵਰਤਿਆ ਧੰਨ ਗੁਰੂ ਨਾਨਕ ਸਾਹਿਬ ਫਰਮਾ ਰਹੇ ਨੇ, ਕਹਿ ਰਹੇ ਨੇ, ਪਰ ਇੱਥੇ ਧੰਨ ਲਫ਼ਜ਼ ਤਾਂ ਆਇਆ ਹੀ ਨਹੀਂ। ਇੱਥੇ ਸਿਰਫ ਆਇਆ ਨਾਨਕ ਮੇਰ ਸਰੀਰ ਕਾ, ਇੱਕ ਰਥ ਇੱਕ ਰਥਵਾਹ। ਇੱਥੇ ਲਫ਼ਜ਼ ਆਪਾਂ ਅੱਖਰੀ ਅਰਥ ਕਰਾਂਗੇ, ਪਰ ਧੰਨ ਗੁਰੂ ਨਾਨਕ ਸਾਹਿਬ ਫਰਮਾ ਰਹੇ ਨੇ। ਦਾਸ ਨੇ ਪਿਛਲੇ ਦਿਨ ਅਰਜ਼ ਕੀਤੀ ਸੀ ਕਿ ਭਾਵਨਾ ਨਾਲ ਆਪਣੇ ਸਤਿਗੁਰੂ ਦਾ ਅਦਬ ਨਾਲ ਨਾ ਲਓਗੇ ਨਾ, ਸੱਚ ਇਹ ਵੇ ਕਿ ਅਦਬ ਨਾਲ ਨਾ ਲੈਣ ਨਾਲ ਵੀ ਸਾਡੇ ਅੰਦਰ ਦਾ ਭਲਾ ਹੋਵੇਗਾ। ਇਹ ਦਾਸ ਅੰਮ੍ਰਿਤਸਰ ਵੀ ਕਹਿ ਕੇ ਆਇਆ। ਅੱਜ ਅਸੀਂ ਜਦੋਂ ਉੱਥੇ ਜਾਂਦੇ ਹਾਂ, ਆਮ ਸਾਡੇ ਲੋਕ ਕਹਿੰਦੇ ਨੇ ਹਰਗੋਬਿੰਦ ਨਿਵਾਸ ਵਿੱਚ ਤੈਨੂੰ ਕਮਰਾ ਮਿਲਿਆ, ਅਰਜਨ ਨਿਵਾਸ ਵਿੱਚ ਆ ਜੀ, ਨਾਨਕ ਨਿਵਾਸ ਵਿੱਚ ਆ ਜੀ, ਗੰਗਾ ਨਿਵਾਸ ਸ਼ਬਦ ਵਰਤਿਆ। ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ, ਮੈਂ ਸ਼ਬਦ ਕਹਿਣੇ ਨਹੀਂ ਸਾਂ ਚਾਹੁੰਦਾ। ਗੁਰਮੁਖੋ, ਅਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਲਈ ਅਧੂਰਾ ਨਾਮ, ਸਨਮਾਨਯੋਗ ਮਾਤਾ ਗੰਗਾ ਲਈ ਸਿਰਫ ਗੰਗਾ ਨਾਮ, ਗੁਰੂ ਨਾਨਕ ਸਾਹਿਬ ਆਦਿ ਗੁਰੂ, ਉਹਨਾਂ ਲਈ ਸ਼ਬਦ ਨਾਨਕ ਨਿਵਾਸ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਿਖਾਰੀ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਦੇ ਨਾਮ ਤੇ ਕਹੇ ਭਾਈ ਗੁਰਦਾਸ ਹਾਲ। ਵੱਡੇ ਵੱਡੇ ਸਿੱਖ ਇੱਕੋ ਹੀ ਸ਼ਬਦ ਵਰਤਦੇ ਨੇ, ਗੁਰਦਾਸ ਹਾਲ, ਹਰਗੋਬਿੰਦ ਨਿਵਾਸ, ਗੰਗਾ ਨਿਵਾਸ, ਨਾਨਕ ਨਿਵਾਸ। ਨਹੀਂ ਨਹੀਂ, ਜਦੋਂ ਸਤਿਗੁਰੂ ਨੂੰ ਆਪਣੀ ਜ਼ਬਾਨ ਨਾਲ ਧੰਨ ਕਹੋਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਫੈਸਲਾ ਹੈ ਕਿ ਜਿਹੜਾ ਇਨਸਾਨ ਗੁਰੂ ਨੂੰ ਭਾਵਨਾ ਨਾਲ ਧੰਨ ਕਹੇਗਾ ਨਾ, ਮੇਰਾ ਸਤਿਗੁਰੂ ਨੂੰ ਬੜੀ ਵੱਡੀ ਬਖਸ਼ ਦੇਵੇਗਾ। ਜਿਵੇਂ ਅਸੀਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜ੍ਹਨੇ, ਸੋਰਠ ਕੀ ਵਾਰ ਦੀ ਪੌੜੀ ਆਖਰੀ ਦੀ ਆਖਰੀ ਤੁਕਾਂ ਨੇ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ। ਜਾਂ ਅਸੀਂ ਸਤਿਗੁਰੂ ਦੇ ਇਹ ਬਚਨ ਪੜ੍ਹਨੇ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਫਿਰ ਮੈਂ ਬੇਨਤੀ ਕਰਾਂ, ਹਾਲਾਂਕਿ ਇਹ ਵਿਸ਼ਾ ਨਹੀਂ ਮੇਰਾ ਇਸ ਸ਼ਲੋਕ ਦਾ, ਸਿਰਫ ਆਰੰਭਤਾ, ਕਿਉਂਕਿ ਤੁਸੀਂ ਵਿਦਿਆਰਥੀ ਵਿੱਚ ਜ਼ਿਆਦਾ ਬੈਠੇ ਹੋ। ਇੱਕ ਆਪਣੇ ਅੰਦਰੋਂ ਅਦਬ ਨਹੀਂ ਗੁਰੂ ਦਾ ਭੁੱਲਣਾ। ਗੁਰੂ ਦੀ ਤਾਂ ਬਹੁਤ ਉੱਚੀ ਗੱਲ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰੂ ਦੇ ਸ਼ਬਦ ਕਮਾਉਣ ਵਾਲੇ ਗੁਰਸਿੱਖ ਨੂੰ ਜੀ ਕਰਕੇ ਬੁਲਾ ਲਓ ਤੇ ਉਹਦੇ ਨਾਲ ਵੀ ਤੇਰਾ ਭਲਾ ਹੋ ਜਾਏਗਾ। ਤੁਧ ਸਲਾਹਨ ਤੁਧ ਤਿੰਨ ਧਨ ਪੱਲੇ, ਨਾਨਕ ਕਾ ਤਨ ਸੋਈ, ਜੇ ਕੋ ਜਿਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ। ਫਿਰ ਮੈਂ ਇੱਥੇ ਥੋੜੀ ਜੀ ਜ਼ੋਰ ਦੇ ਕੇ ਬੇਨਤੀ ਕਰਨੀ ਚਾਹੁੰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹਜ਼ੂਰ ਦਾ ਬੋਲ ਹੈ ਕਿ ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਉੱਥੇ ਲਫ਼ਜ਼ ਧੰਨ ਵਰਤਿਆ ਹੈ। ਸਾਹਿਬ ਨੇ ਉੱਥੇ ਸੰਤ ਨੂੰ ਵੀ ਧੰਨ ਕਿਹਾ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਤਿਆਂ। ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਨਤਿਆਂ। ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆਂ। ਪਾਠ ਵੱਖਰਾ ਹੈ, ਗੁਰ ਸਿੱਖ, ਗੁਰੂ ਦੀ ਸਿੱਖਿਆ। ਹੁਣ ਜਦੋਂ ਧੰਨ ਲਫ਼ਜ਼ ਕਹਿੰਦੇ ਆ, ਚਲੋ ਗੁਰੂ ਰਾਮਦਾਸ ਸੱਚੀ ਸਰਕਾਰ ਦਾ ਪੁਰਬ ਲੰਘਿਆ, ਭੱਟਾਂ ਨੇ ਇੱਕ ਬਚਨ ਕਿਹਾ ਆਪਣੀ ਪਵਿੱਤਰ ਬਾਣੀ 'ਚ। ਵੇਖੋ ਸ਼ਬਦ, ਕਦੀ ਸ਼੍ਰੀ ਅੰਮ੍ਰਿਤਸਰ ਦੇ ਵਸਨੀਕ ਪੁਰਾਣੇ ਬਜ਼ੁਰਗ, ਅੱਜ ਤਾਂ ਚਲੋ ਐਸਤਾ ਸਾਡੇ ਅੰਦਰ ਅਦਬ ਨਹੀਂ ਰਹੇ, ਤਾਂ ਹੀ ਤਾਂ ਅੰਦਰੋਂ ਕਲਪਨੇ ਪਏ ਆ। ਜਿੰਨਾ ਗੁਰੂ ਦਾ ਅਦਬ ਕਰੋਗੇ ਪਿਆਰਿਓ, ਉਹਨਾਂ ਅੰਦਰ ਨੂੰ ਸਕੂਨ ਮਿਲੇਗਾ। ਜਿੰਨੇ ਅੰਦਰੋਂ ਤੁਸੀਂ ਖੁਸ਼ਕ ਹੋ ਜਾਓਗੇ, ਖਿਮਾ ਕਰਿਓ ਮੈਂ ਤੁਹਾਡੇ ਲਈ ਸ਼ਬਦ ਵੀ ਵਰਤ ਰਿਹਾ, ਉਹਨਾਂ ਅੰਦਰ ਜਿਹੜਾ ਸੱਚ ਇਹ ਵੀ ਗੁਰੂ ਦੀ ਰਹਿਮਤ ਤੋਂ ਵਿਰਵਾ ਰਹਿ ਜਾਏਗਾ। ਪੁਰਾਤਨ ਬਜ਼ੁਰਗ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਮੱਥਾ ਟੇਕਦਿਆਂ ਤਿੰਨ ਸ਼ਬਦ ਕਹਿੰਦੇ ਸਨ। ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਨੇ, ਉਹ ਸ਼ਬਦ ਕਹਿੰਦੇ ਹੁੰਦੇ ਸਨ, ਧੰਨ ਗੁਰੂ ਰਾਮਦਾਸ। ਪਹਿਲਾ ਸ਼ਬਦ ਕਹਿਣਾ ਪਰਿਕਰਮਾ 'ਚ ਮੱਥਾ ਟੇਕਦਿਆਂ, ਧੰਨ ਗੁਰੂ ਰਾਮਦਾਸ
ਰੱਖੀ ਗਰੀਬ ਦੀ ਲਾਜ, ਦੂਜਾ ਸ਼ਬਦ ਕਹਿਣਾ। ਤੀਸਰਾ ਕਹਿੰਦੇ ਸਨ ਕਰੀ ਨਾ ਕਿੱਥੇ ਦਾ ਮੁਤਾਜ। ਇਹਨਾਂ ਤਿੰਨਾਂ ਸ਼ਬਦਾਂ 'ਚ ਸਭ ਕੁਝ ਆ ਜਾਂਦਾ। ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਤਾਜ। ਮੇਰੇ ਮਨ 'ਚ ਜਦੋਂ ਇਹ ਸ਼ਬਦ ਆਇਆ, ਉੱਥੇ ਇੱਕ ਦਿਨ ਕਥਾ ਕਰਦੇ ਹਾਂ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਧੰਨ ਕਹਿਣ ਨਾਲ ਫਿਰ ਭੱਟਾਂ ਦਾ ਉਹ ਸਵਈਆ ਹੈ। ਮੈਂ ਪੜ੍ਹ ਕੇ ਅੱਗੇ ਇਹਦੀ ਵਿਚਾਰ ਸ਼ੁਰੂ ਕਰਾਂਗਾ, ਕਿਉਂਕਿ ਮੈਂ ਇਸ ਗੱਲ ਤੋਂ ਥੋੜ੍ਹਾ ਜਿਹਾ ਨਿਕਲਿਆ ਹਾਂ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ। ਭੱਟ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਨਸਾਨ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਗੁਰੂ ਰਾਮਦਾਸ ਕਹਿ ਦੇਗਾ, ਉਹਦੇ ਅੰਦਰ ਦੀ ਅਗਿਆਨਤਾ ਦਾ ਖਨੇਰਾ ਕੱਟਿਆ ਜਾਏਗਾ। ਭਾਵਨਾ ਨਾਲ ਕਹਿ ਦੇ, ਜਿਹੜਾ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹੇਗਾ, ਉਹਨੂੰ ਨਾਮ ਜਪਣ ਦਾ ਚਾਅ ਬੜਾ ਚੜ ਜਾਏਗਾ। ਉਹਦੇ ਜਪਣ ਨਾਲ ਅੰਦਰ ਰੰਗ ਚੜਨ ਲੱਗ ਪਏਗਾ, ਰਸ ਬਣ ਜਾਏਗਾ। ਜਿਹੜਾ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹੇਗਾ, ਉਸ ਦੇ ਘਰ ਦੀ ਦਰਿਦਰਤਾ, ਗਰੀਬੀ, ਕੰਗਾਲਤਾ ਕੱਟੀ ਜਾਏਗੀ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਜਿਹੜਾ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹੇਗਾ, ਸੱਚ ਇਹ ਵੇ ਉਹ ਰੱਬ ਤੋਂ ਟੁੱਟਾ ਹੋਇਆ ਪਰਮਾਤਮਾ ਨਾਲ ਦੁਬਾਰਾ ਮਿਲ ਜਾਏਗਾ। ਇਹ ਪਵਿੱਤਰ ਸਵਈਆ ਹੈ ਕਿ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਭਲੇ ਪੁਰਖੋ ਉਸ ਗੁਰੂ ਨੂੰ ਧੰਨ ਕਹੋ ਖੈਰ। ਸਤਿਗੁਰੂ ਬਚਨ ਕਰ ਰਹੇ ਨੇ, ਨਾਨਕ ਮੇਰ ਸਰੀਰ ਕਾ। ਇੱਥੇ ਲਫ਼ਜ਼ ਆਇਆ ਮੇਰ, ਕਿਉਂਕਿ ਇਹਦੀ ਵਿਆਖਿਆ ਮੈਂ ਅੱਗੇ ਕਰਾਂਗਾ। ਪਹਿਲਾਂ ਅਰਥ ਜ਼ਰੂਰ ਕਰ ਲਈ ਆਪਾਂ ਕੀ ਬੋਲਣਾ ਚਾਹੁੰਦੇ। ਇੱਕ ਬਾਣੀ ਚ ਆਉਂਦਾ ਮੇਰ ਦਾ ਅਰਥ ਹੈ ਮੇਰਾ, ਜਿਵੇਂ ਮੇਰਾ ਲਫ਼ਜ਼ ਵੀ ਵਰਤਨੇ ਆਪਣਤ। ਇੱਥੇ ਜਿਹੜਾ ਲਫ਼ਜ਼ ਮੇਰ ਆਇਆ ਹੈ, ਇਸ ਮੇਰ ਦਾ ਅਰਥ ਮੇਰਾ ਨਹੀਂ। ਇਸ ਮੇਰ ਦਾ ਅਰਥ ਇਹ ਦੋ ਸ਼ਬਦ ਨੇ, ਨਾਨਕ ਮੇਰ ਸਰੀਰ ਕਾ। ਆਮ ਤੌਰ ਤੇ ਬੰਦਾ ਸੁਣਨ ਵਾਲਾ ਇਹ ਸ਼ਲੋਕ ਇਸ ਤਰੀ ਅਰਥ ਕਰ ਲੈਂਦਾ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਸਰੀਰ ਦਾ। ਨਹੀਂ, ਇੱਥੇ ਮੇਰ ਦਾ ਅਰਥ ਮੇਰਾ ਨਹੀਂ। ਮਾਲਾ ਅਸੀਂ ਦੇਖਨੇ ਆ, ਉਸ ਮਾਲਾ ਵਿੱਚ ਮਣਕੇ ਨੇ, 108 ਮਣਕੇ ਦੀ ਮਾਲਾ ਹੈ। ਪਰ ਜਿਹੜਾ ਸਭ ਤੋਂ ਸਿਖਰ ਤੇ ਮਣਕਾ ਹੈ, ਉਹਦੇ ਲਈ ਅਸੀਂ ਲਫ਼ਜ਼ ਵਰਤਨੇ ਆ ਮੇਰੂ ਮਣਕਾ। ਮੇਰ ਦਾ ਅਰਥ ਹੈ ਵੱਡਾ, ਪਹਾੜ ਬੜੇ ਨੇ, ਪਰ ਅਸੀਂ ਇੱਕ ਲਫ਼ਜ਼ ਵਰਤਨੇ ਆ ਸਮੇਰ। ਸਮੇਰ ਦਾ ਅਰਥ ਹੈ ਸਭ ਤੋਂ ਵੱਡਾ ਪਹਾੜ। ਇਹਦਾ ਭਾਵ ਕੀ ਹੈ? ਨਾਨਕ ਮੇਰ ਸਰੀਰ ਕਾ। ਸਰੀਰ ਲਫ਼ਜ਼ ਜਿਹੜਾ ਹੈ ਇੱਥੇ ਬਹੁਵਚਨ ਹੈ, ਇੱਕ ਵਚਨ ਨਹੀਂ। ਕਹਿੰਦੇ ਨੇ ਜਿੰਨੇ ਵੀ ਸਰੀਰ ਨੇ ਸੰਸਾਰ ਦੇ ਵਿੱਚ, ਜਿੰਨੇ ਵੀ ਆਕਾਰ ਨੇ ਦੁਨੀਆ ਵਿੱਚ, ਇੱਥੇ ਆਕਾਰ ਦਾ ਅਰਥ ਕੱਲਾ ਬੰਦੇ ਦਾ ਸਰੀਰ ਨਹੀਂ ਕਰਨਾ। ਨਾਨਕ ਮੇਰ ਸਰੀਰ ਕਾ। ਫਿਰ ਬੇਨਤੀ ਸੁਣਿਓ, ਮੰਨ ਲਓ ਮਨੁੱਖੀ ਸਰੀਰ ਹੈ, ਇੱਕ ਪਸ਼ੂ ਦਾ ਸਰੀਰ ਹੈ, ਇੱਕ ਪੰਛੀ ਦਾ ਸਰੀਰ ਹੈ, ਇੱਕ ਪਾਣੀ ਵਿੱਚ ਰਹਿਣ ਵਾਲੇ ਜੀਵ ਦਾ ਸਰੀਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਨਾਨਕ ਮੇਰ ਸਰੀਰ ਕਾ। ਜਿੰਨੇ ਵੀ ਸਰੀਰ ਇਸ ਸੰਸਾਰ ਦੇ ਵਿੱਚ, ਜਿੰਨੀਆਂ ਵੀ ਜੂਨਾਂ ਨੇ, ਜਿੰਨੇ ਵੀ ਢਾਂਚੇ ਨੇ, ਇੱਕ ਨਿੱਕੇ ਜਿਹੇ ਸੈੱਲ ਤੋਂ ਲੈ ਕੇ, ਮੈਂ ਕੀੜੀ ਲਫ਼ਜ਼ ਨਹੀਂ ਵਰਤਿਆ ਕਿਉਂਕਿ ਕੀੜੀ ਤਾਂ ਨੰਗੀਆਂ ਅੱਖਾਂ ਨਾਲ ਨਜ਼ਰ ਆ ਜਾਂਦੀ ਏ। ਕਈ ਐਸੇ ਸੈੱਲ ਨੇ ਜਿਹੜੇ ਸਾਨੂੰ ਅੱਖਾਂ ਨਾਲ ਦਿਸਦੇ ਨਹੀਂ ਪਏ। ਆ ਸਾਡੇ ਚਾਰ ਚੁਫੇਰੇ ਕਿੰਨਾ ਕੁ ਜੀਵ ਘੁੰਮਦੇ ਪਏ ਨੇ, ਸਾਨੂੰ ਦਿਸ ਨਹੀਂ ਰਹੇ। ਜਦੋਂ ਮੈਂ ਤੁਸੀਂ ਸਾਹ ਲੈਂਦੇ ਆ, ਚੇਤੇ ਰੱਖਿਓ ਸਾਹ ਦੇ ਵਿੱਚ ਵੀ ਜੀਵ ਸਾਡੇ ਅੰਦਰ ਜਾਂਦਾ ਹੈ, ਪਰ ਉਹ ਅੱਖਾਂ ਨਾਲ ਦਿਸਦੇ ਨਹੀਂ। ਇਉਂ ਸਮਝੋ ਕਿ ਉਹ ਨਿੱਕਾ ਜਿਹਾ ਸੈੱਲ ਜਿਹੜਾ ਅੱਖਾਂ ਨਾਲ ਨਹੀਂ ਦਿਸਦਾ, ਉਸ ਸੈੱਲ ਤੋਂ ਲੈ ਕੇ ਵੱਡੇ ਤੋਂ ਵੱਡੇ ਆਕਾਰ ਵਾਲੇ ਜਿੰਨੇ ਵੀ ਸਰੀਰ ਨੇ ਨਾ, ਸਾਰਿਆਂ ਸਰੀਰਾਂ ਵਿੱਚੋਂ ਉੱਤਮ, ਸਾਰਿਆਂ ਸਰੀਰਾਂ ਵਿੱਚੋਂ ਵੱਡਾ, ਵੱਡੇ ਦਾ ਅਰਥ ਆਕਾਰ ਕਰਕੇ ਨਹੀਂ, ਸਾਰੇ ਸਰੀਰਾਂ ਵਿੱਚੋਂ ਸ੍ਰੇਸ਼ਟ ਜਿਹੜਾ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨੁੱਖ ਦਾ ਸਰੀਰ ਹੈ। ਮੇਰ ਸਰੀਰ ਕਾ ਦਾ ਅਰਥ, ਮੇਰ ਦਾ ਅਰਥ ਹੈ ਵੱਡਾ। ਜਿਵੇਂ ਮਣਕਾ
मैं अर्ज की मेरू मणका बाकी मणकियां तो वड्डा है। याद रखियो सब तो उच्चा है। बाकी मणकियां विचों धागा ਉਹੀ निकलदा ਪਿਆ ਜਿਹੜਾ मेरू ਦਾ ਹੈ। असल च जोत सारियां विच वरती पई है। नानक मेर शरीर का जिन्ने भी जूनां विच वख-वख शरीर ने सारियां शरीरां तो उत्तम शरीर, वड्डा शरीर, श्रेष्ठ शरीर, सब तो चंगा जिहड़ा शरीर है वो मनुख दा है। मनुखी शरीर सब तो उत्तम है। ਇਹਦੀ व्याख्या जरूर करांगे। एक रथ इत्थे जिहड़ा एक लफ्ज है वो बहुवचन नहीं एक वचन है। जिमें आप जपजी साहब का पाठ करते हो ਉਹਦੇ ਵਿੱਚ एक लफ्ज बहुवचन च भी आउंदा है। एक ना हुक्मी बख्शीस एक हुक्मी सदा पवाहियां। ओखे एक जिहड़ा वो बहुवचन है। इत्थे देखो एक दे कक्के नूं औंकड़ लगी है। नानक मेर शरीर का एक रथ वाह। कहते ने मनुख दा शरीर बाकी शरीरां तो सब तो उत्तम है। ते इस शरीर विच प्यारिओ एक है रथ। रथ दा अर्थ आपां समझने हैं ना। ते एक रथवाहो। रथवाहो दा अर्थ है रथ नूं चलाण वाला। असीं एक लफ्ज सारथी भी वरतने। महाराज कहते ने जिन्ने भी शरीर ने इस ब्रह्मंड विच, जिन्ने भी शरीर ने सारे शरीरां तो उत्तम मनुखी शरीर है। ते ये शरीर एक रथ की तरह है। ते इस रथ नूं चलाण वाला एक रथवाही है। पर इत्थे मैं बेनती की इत्थे रथी का नाम नहीं लिया। इत्थे सिर्फ सीधी जी गल की एक रथ नूं चलाण वाला। ते अगला सवाल उठेगा रथ विच बैठा कौन है। वो सतगुरु ने विच कह दी गल पर उन्होंने समझना पेगा सानू। नानक मेर शरीर का एक रथवाहो जोग जोग। महाराज जी शब्द वर्द ने फेर वटाइयां ज्ञानी बुझै ताह। जुग जुग हर एक समय बाद ये जिहड़ा रथ है वटींदा पिया है। क्योंकि पहलियां दो तुकां दे अर्थ करन तो बाद इहदी विस्तार सहित व्याख्या होवेगी। जुग जुग फेर वटाइयां हर एक समय विच जुग दा अर्थ जन्म कर लईए सौखा होवेगा। अज रथ मैं ये लैके बैठा, मेरी आत्मा इहदा सफर करदी इस रथ दे विच। पर चेते रखियो अगले जन्म च जरूरी नहीं मैनू ये रथ मिलदा होवे। समा आके रथ वटाया जाएगा। ये रथ चेंज हो जाएगा। महाराज कहते ने इहदी समझ अज्ञानी बंदे नूं लग सकती। क्योंकि जिहड़ा शरीर दे रस विच लीन है उन्होंने इस गल की समझ ही नहीं कि मेरा शरीर एक रथ है, मैं इहदे ते सबर किवें करना है। जुग जुग फेर वटाइयां है ज्ञानी बुझै ताहें। सूझवान ज्ञानवान नूं समझ पैंदी है कि हर एक जन्म दे अंदर ये रथ वटींदा पिया है। आओ थोड़ा जिहा फिर इहनूं देखीए। उंज वैसे रथ लफ्ज़ की वरतों जदों गुरु नानक साहिब जी ने की, मैनूं याद है हजूर तो पहला एक उपनिषद है। जिन्ने उपनिषद ने उन्हां विच एक उपनिषद है कठो उपनिषद नूं कहिंदे आ। पंजाबी च एक लफ्ज़ वरदिया काठ उपनिषद। कल नूं सुबह वेद संबंधी भी अर्ज करांगा। एक लफ्ज़ चलो पंजाबी असी हिंदी च वरतने आ उपनिषद, पंजाबी विच असी लफ्ज़ वरतने आ उपनिषद। असल च उपनिषद ग्रंथ का अर्थ है कि नेड़े बैठ के लिया होया ज्ञान। उपनिषद का आखिरी अर्थ जिवें तल मान लो विद्यार्थी तुसीं पढ़दे हो, जिहड़े उस्ताद तुहानूं पढ़ाउंदे पए ने तुसीं उन्हां दे नेड़े बैठ के जिहड़ा ज्ञान लैंदे हो ना वो उपनिषद है। इहदा अर्थ है कि नेड़े बैठ के अपने उस्ताद तो इकट्ठा किया होया ज्ञान। जिहड़े उपनिषद ने ये ऋषियां दे विद्यार्थियां ने अपने उन्हां महात्मावां दे कोल बैठ बैठ के जिहड़ा तत्त वस्तु ज्ञान लिया उहदा नाम लिख दिता उपनिषद। ते उपनिषदां दी गिनती बहुत ज़्यादा है। खैर मैं बेनती करांगा काठ उपनिषद विच ये साडी बॉडी गल बरीक के ध्यान दिओगे समझ पैगी। मैं तां ही कहा सी ये दो श्लोक महंगे ने। ये कथा करन विच भी समझण विच भी महंगे आ पर आपां नूं यतन जरूर करना चाहिए समझण दी। काठ उपनिषद विच रथ का जिक्र हुंदा है। एक बड़ी पुरानी किताब है नागसैन कृत मिलिंद प्रश्न। डॉक्टर हरपाल सिंह पन्नू होना ने कीता तर्जमा भी किया। ਉਹਦੇ ਵਿੱਚ
ਨਾਗਸੈਨ ਨੂੰ ਪੁੱਛਿਆ ਜਾਂਦਾ ਰਥ ਬਾਰੇ। ਮੈਂ ਤੁਹਾਨੂੰ ਦੋਨਾਂ ਦਾ ਜ਼ਿਕਰ ਕਰ ਦੇਣਾ ਬੜਾ ਸੌਖਾ ਜਿਹਾ, ਕਿਉਂਕਿ ਰਥ ਲਫ਼ਜ਼ ਇੱਥੇ ਵਰਤਿਆ। ਕਾਠ ਉਪਨਿਸ਼ਦ ਵਿੱਚ, ਜਿਹਨੂੰ ਕਠੋ ਉਪਨਿਸ਼ਦ ਆਪਾਂ ਕਹਿੰਦੇ, ਉਹਦੇ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਦਾ ਸਰੀਰ ਇੱਕ ਰਥ ਹੈ। ਬੇਨਤੀ ਧਿਆਨ ਨਾਲ ਸੁਣਿਓ ਮੇਰੀ। ਮਨੁੱਖ ਦਾ ਸਰੀਰ ਇੱਕ ਰਥ ਹੈ। ਆਤਮਾ ਇਸ ਰਥ ਦੀ ਰਥੀ ਹੈ। ਰਥੀ ਦਾ ਅਰਥ ਹੈ ਜਿਹੜੀ ਸਫ਼ਰ ਕਰ ਰਹੀ ਹੈ। ਸਰੀਰ ਰਥ ਹੈ, ਆਤਮਾ ਇਹਦੇ ਵਿੱਚ ਰਥੀ ਹੈ, ਬੁੱਧੀ ਇਹਦੀ ਸਾਰਥੀ ਹੈ। ਸਾਰਥੀ ਦਾ ਅਰਥ ਆਪਾਂ ਸਮਝੇ ਨਾ, ਰਥ ਨੂੰ ਅੱਗੇ ਚਲਾਉਂਦਾ ਹੈ। ਜਿਵੇਂ ਜੰਗ ਹੁੰਦਾ ਮਹਾਭਾਰਤ ਦਾ, ਅਰਜੁਨ ਜਿਹੜਾ ਉਹ ਰਥੀ ਹੈ ਤੇ ਕ੍ਰਿਸ਼ਨ ਜੀ ਜਿਹੜੇ ਨੇ ਉਹ ਸਾਰਥੀ ਨੇ, ਉਹ ਰਥ ਨੂੰ ਚਲਾਉਂਦੇ ਪਏ ਨੇ। ਫਿਰ ਬੇਨਤੀ ਸੁਣਿਓ, ਰਥ ਦੇ ਅਰਥ ਕੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ। ਮੈਂ ਹੈਰਾਨ ਹੋਇਆ ਕਿ ਕਠੋ ਉਪਨਿਸ਼ਦ ਨੇ ਬੜਾ ਜ਼ੋਰ ਲਾ ਕੇ ਕਿਹਾ ਇਸ ਤਰ੍ਹਾਂ ਰਥ। ਮੇਰੇ ਬਾਬੇ ਨੇ ਸਿਰਫ ਆ 2 ਸ਼ਬਦਾਂ ਦੇ ਵਿੱਚ ਗੱਲ ਮੁਕਾ ਦਿੱਤੀ, ਇੱਕ ਰਥ ਇੱਕ ਰਥਵਾਹ। ਬੜਾ ਕੁਝ ਬਾਣੀ 'ਚ ਮਿਲਦਾ ਹੈ। ਜਿਹੜਾ ਤੁਸੀਂ ਹਿੰਦੂਇਜ਼ਮ ਨੂੰ ਪੜ੍ਹੋ ਤੇ ਕਈ ਗ੍ਰੰਥ ਪੜ੍ਹ ਕੇ ਸਮਝ ਪੈਂਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਤੁਕ ਵਿੱਚ ਹੀ ਸਭ ਕੁਝ ਸਮਾਇਆ। ਮੈਂ ਇੱਕ ਵਿੱਚੋਂ ਨਿਕਲ ਕੇ ਤੁਹਾਨੂੰ 2 ਬੇਨਤੀਆਂ ਹੋਰ ਕਰਾਂਗਾ। ਅਸੀਂ ਜਿੰਨੇ ਵੀ ਇਨਸਾਨ ਸਾਡੇ ਬਣੇ 5 ਤੱਤਾਂ ਦੇ ਆ, ਪਰ ਸਾਡੀਆਂ ਸ਼ਕਲਾਂ 'ਚ ਫਰਕ ਹੈ। ਅਸੀਂ ਹਿੰਦੁਸਤਾਨ ਦੇ ਜਿਹੜੇ ਆ ਪੰਜਾਬ ਹਰਿਆਣੇ ਜਿੰਨੇ ਅਸੀਂ ਰਹਿੰਦੇ ਹਾਂ, ਸਾਡੀ ਸ਼ਕਲ ਹੋਰ ਹੈ। ਤੁਸੀਂ ਸਾਊਥ ਵੱਲ ਚਲੇ ਜਾਓ, ਉਹਨਾਂ ਦੀ ਸ਼ਕਲ ਹੋਰ ਹੈ, ਸਾਂਵਲਾ ਰੰਗ ਹੈ। ਮਲੇਸ਼ੀਆ ਜਾਈਏ ਜਾਂ ਅਸੀਂ ਚੀਨ ਦੀ ਗੱਲ ਕਰੀਏ, ਨੇਪਾਲ ਦੀ ਕਰੀਏ, ਉਹਨਾਂ ਲੋਕਾਂ ਦੇ ਚਿਹਰੇ ਦੀ ਬਣਤਰ ਕੁਝ ਹੋਰ ਹੈ। ਜਦੋਂ ਅਸੀਂ ਅਫਰੀਕਾ ਵੀ ਜਾਂਦੇ ਹਾਂ, ਉਹਨਾਂ ਦੇ ਚਿਹਰੇ ਦੀ ਬਣਤਰ ਹੋਰ ਹੈ, ਰੰਗ ਹੋਰ ਹੈ। ਅਰਬ ਵਿੱਚ ਜਾਈਏ, ਉਹ ਸਾਡੇ ਨਾਲ ਮੇਲ ਖਾਂਦੇ ਨੇ। ਯੂਰਪ ਵਿੱਚ ਹੋਰ ਬਣਤਰ ਹੈ। ਅਖੀਰ ਤੇ ਸਾਇੰਸ ਨੇ ਕਿਹਾ ਵੀ ਜੋਤ ਇੱਕੋ, ਸਰੀਰ ਦਾ ਖੂਨ ਦਾ ਸਿਸਟਮ ਸਾਰਾ ਅੰਦਰ ਦਾ ਇੱਕੋ। ਇਹ ਸ਼ਕਲਾਂ ਕਿਸ ਤਰ੍ਹਾਂ ਵਾ, ਕਿਸੇ ਦਾ ਨੱਕ ਫੀਨਾ ਬਣ ਗਿਆ, ਕਿਸੇ ਦਾ ਤਿੱਖਾ ਬਣ ਗਿਆ, ਕਿਸੇ ਦੀਆਂ ਅੱਖਾਂ ਮੋਟੀਆਂ, ਕਿਸੇ ਦੀਆਂ ਵਿੱਚ ਵੜੀਆਂ। ਇਹ ਕੀ ਖੇਡ। ਚਲੋ ਇੱਕ ਅੱਧੇ ਦੀ ਹੋਵੇ ਤਾਂ। ਹੁਣ ਤੁਸੀਂ ਚਾਈਨਾ ਦੇ ਲੋਕ ਦੇਖੋ, ਉਹਨਾਂ ਦੀ ਬਣਤਰ ਕੀ। ਇੱਥੇ ਫਿਰ ਖੋਜ ਸ਼ੁਰੂ ਹੋਈ, ਡਿਸਕਵਰੀ ਨੇ ਬੜੇ ਸਾਲ ਲਾਏ। ਉਹਨਾਂ ਨੇ ਕਿਹਾ ਵੀ ਇਹ ਕਾਰਨ ਕੀ ਕਿ ਇਹ ਖੂਨ ਇੱਕ ਜਿਹਾ, ਅੰਦਰ ਦੇ ਇੰਟਰਨਲ ਪਾਰਟ ਜਿਹੜੇ ਨੇ ਬਾਡੀ ਦੇ ਸਭ ਦੇ ਇੱਕੋ ਜਿਹੇ, ਪਰ ਇਹ ਬਾਹਰ ਸ਼ਕਲ ਢਾਂਚੇ 'ਚ ਕਿਉਂ ਫਰਕ ਪੈ ਗਿਆ। ਉਹਨਾਂ ਨੇ ਅਖੀਰ ਤੇ ਗੱਲ ਕਹੀ ਵੀ ਇਹ ਸਾਰਾ ਅਸਰ ਕਲਾਈਮੇਟ ਦਾ ਹੈ। ਜਿਹੋ ਜਿਹਾ ਮੌਸਮ ਹੁੰਦਾ ਹੈ, ਜਿਹੋ ਜਿਹਾ ਉੱਥੋਂ ਦਾ ਜਲਵਾਯੂ ਹੁੰਦਾ ਹੈ, ਉਹ ਜੀ ਬਣਤਰ ਬਣ ਜਾਂਦੀ ਹੈ ਬੜਾ। ਤੇ ਜਦੋਂ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਤੇ ਮਹਾਰਾਜ ਨੇ ਇੱਕ ਤੁਕ 'ਚ ਗੱਲ ਮੁਕਾ ਦਿੱਤੀ। ਹਜ਼ੂਰ ਨੇ ਸ਼ਬਦ ਕਹਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਮਹਾਰਾਜ ਕਹਿੰਦੇ ਨੇ ਕਿ ਜਿਹੋ ਜੀ ਰੁੱਤ ਹੋਵੇਗੀ, ਜਿਹੋ ਜੀ ਜਲਵਾਯੂ ਹੋਵੇਗਾ, ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ। ਫਿਰ ਬੇਨਤੀ ਸੁਣੋ, ਜਿਹੋ ਜਿਹਾ ਜਲਵਾਯੂ ਹੋਵੇਗਾ, ਜਿਹੀ ਰੁੱਤ ਜਲਵਾਯੂ ਹੋ ਗਿਆ, ਕਾਇਆ ਸੁਖ ਤੇਹਾ ਉਹੋ ਜੀ ਬਾਡੀ ਮਹਿਸੂਸ ਕਰੇਗੀ। ਮਹਾਰਾਜ ਕਹਿੰਦੇ ਬਾਡੀ ਦੀ ਬਣਤਰ ਵੀ ਉਸ ਤਰ੍ਹਾਂ ਬਣ ਜਾਏਗੀ ਜਿਹੋ ਜਿਹਾ ਉਹ ਜਲਵਾਯੂ ਹੁੰਦਾ, ਪੌਣ ਪਾਣੀ ਹੁੰਦਾ। ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ। ਅਸੀਂ ਇੱਕ ਪੜ੍ਹਨੇ ਆ ਹੋਰ ਘਟਨਾ ਕਿ ਪਾਂਡਵ ਪਾਣੀ ਪੀਣ ਜਾਂਦੇ ਨੇ। ਮੈਂ ਕਹਾਣੀ ਨਹੀਂ ਸੁਣਾ ਰਿਹਾ, ਮੈਂ ਸਿਰਫ ਬੇਨਤੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਿਓ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਪੈ ਗਈ, ਚੇਤੇ ਰੱਖਿਓ, ਉਹਨੂੰ ਸੰਸਾਰ ਦੀ ਤੱਤ ਦੀ ਸਮਝ ਪੈ ਗਈ ਕਿ ਤੱਤ ਕੀ ਹੈ। ਪਾਂਡਵ ਪਾਣੀ ਪੀਣ ਜਾਂਦੇ ਨੇ, ਜਗ ਸਵਾਲ ਕਰਦਾ ਹੈ, ਉਹ ਉੱਤਰ ਨਹੀਂ ਦੇ ਸਕਦੇ, ਪਰ ਯੁਧਿਸ਼ਟਰ ਅਖੀਰ ਤੇ ਉੱਤਰ ਦਿੰਦਾ ਹੈ। ਜਕਸ਼ ਇੱਕ ਗੱਲ ਪੁੱਛਦਾ, ਮੈਨੂੰ ਦੱਸ ਕਿ ਦੁਨੀਆ ਵਿੱਚ ਸਭ ਤੋਂ ਹੈਰਾਨੀਜਨਕ ਬਾਤ ਕੀ ਹੈ। ਚੇਤੇ ਰੱਖਿਓ, ਮੈਂ ਇੱਕ ਰਥ ਇੱਕ ਰਥਵਾਹ ਤੋਂ ਦੂਰ ਨਹੀਂ ਜਾਂਦਾ। ਸਭ ਤੋਂ ਹੈਰਾਨੀਜਨਕ ਬਾਤ ਕੀ ਹੈ? ਯੁਧਿਸ਼ਟਰ ਕਹਿੰਦਾ ਹੈ ਕਿ ਸਭ ਤੋਂ ਹੈਰਾਨੀਜਨਕ ਗੱਲ ਇਹ ਵੇ ਕਿ ਇੱਕ ਬੰਦਾ ਪਰਿਵਾਰ ਵਿੱਚ ਮਰ ਰਿਹਾ ਹੈ, ਉਹਨੂੰ ਦੂਜਾ ਜਿਉਂਦਾ ਮੋਢਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲਿਜਾ ਰਿਹਾ ਹੈ, ਆਪਣੇ ਖੱਤੀ ਫੂਕਦਾ ਪਿਆ ਹੈ, ਤੇ ਫੂਕਣ ਤੋਂ ਬਾਅਦ ਕਮਲਾ ਫਿਰ ਵੀ ਨਹੀਂ ਸਮਝਦਾ ਪਿਆ ਕਿ ਜਿੱਥੇ ਮੈਂ ਅੱਜ ਘਰ ਦੇ ਨੂੰ ਛੱਡ ਕੇ ਆਇਆ, ਇੱਕ ਦਿਨ ਮੈਂ ਵੀ ਉੱਥੇ ਜਾਣਾ ਹੈ।
ਉਹ ਸਮਝਦਾ ਮੈਂ ਅਜੇ ਰਹਿਣਾ। ਮੈਂ ਉਹ ਸੁਣਿਆ ਤੇ ਮੈਨੂੰ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਦਾ ਬਚਨ ਚੇਤੇ ਆਇਆ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ। ਇੱਕ ਮਰ ਰਿਹਾ, ਦੂਜਾ ਸਮਝਦਾ ਮੈਂ ਜੇ ਜਾਣਾ ਨਹੀਂ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਫਿਰ ਬੇਨਤੀ ਸੁਣੋ ਕਿ 61 ਉਪਨਿਸ਼ਦ ਨੇ, ਕਿਉਂਕਿ ਉਹਦੇ ਨਾਲ ਥੋੜੇ ਜਿਹੇ ਅਰਥ ਕਰ ਸਕਾਂਗਾ ਮੈਂ। ਜੋ ਬੋਧਿਜ਼ਮ ਦਾ ਗ੍ਰੰਥ ਹੈ ਮਿਲਿੰਦ ਪ੍ਰਸ਼ਨਾ, ਉਹਦੇ ਨਾਲ ਇਹਦੇ ਅਰਥ ਨਹੀਂ ਟੁਕਣਗੇ, ਕਿਉਂਕਿ ਉਹਨੂੰ ਨਾਗਸੈਨ ਨੂੰ ਮੈਂ ਚਲੋ ਕਹਿ ਦੇਣਾ ਮਿਲਿੰਦ ਰਾਜਾ ਹੈ, ਉਹ ਬੋਧੀ ਨਾਗਸੈਨ ਨੂੰ ਪੁੱਛਦਾ ਵੀ ਆਤਮਾ ਕਿੱਥੇ ਹੈ। ਉਹ ਕਹਿੰਦਾ ਆ ਰੱਥ ਹੈ। ਉਹ ਰੱਥ ਦੀ ਲੱਕੜ ਨੂੰ ਡੰਡਿਆਂ ਨੂੰ ਹੱਥ ਲਾ ਕੇ ਕਹਿੰਦਾ ਇਹ ਰੱਥ ਹੈ। ਉਹ ਕਹਿੰਦਾ ਇਹ ਰੱਥ ਨਹੀਂ, ਇਹ ਤਾਂ ਡੰਡਾ ਹੈ ਰੱਥ ਦਾ। ਉਹ ਪਹੀਏ ਨੂੰ ਹੱਥ ਲਾ ਕੇ ਕਹਿੰਦਾ ਇਹਦਾ ਨਾਮ ਰੱਥ ਹੈ। ਕਹਿੰਦਾ ਇਹ ਵੀ ਰੱਥ ਨਹੀਂ। ਉਹ ਪਹੀਆ ਜਿਸ ਧੁਰੇ ਦੇ ਦੁਆਲੇ ਘੁੰਮਦਾ ਉਹਨੂੰ ਹੱਥ ਲਾ ਕੇ ਕਹਿੰਦਾ ਇਹ ਰੱਥ ਹੈ। ਕਹਿੰਦਾ ਇਹ ਤੇ ਧੁਰਾ ਹੈ। ਉਹ ਇੱਕ ਇੱਕ ਚੀਜ਼ ਦੱਸਦਿਆਂ ਕਹਿੰਦਾ ਮੈਨੂੰ ਅਖੀਰ ਤੇ 10 ਰੱਥ ਹੈ ਕਿੱਥੇ। ਉਹ ਸਿੱਧ ਕਰਦਾ ਵੀ ਪਰਮਾਤਮਾ ਬਾਰੇ। ਪਰ ਜੋ ਬੇਨਤੀ ਕਰਾਂਗਾ 61 ਉਪਨਿਸ਼ਦ ਚ ਕਿਹਾ ਗਿਆ ਕਿ ਸਰੀਰ ਸਾਡਾ ਇੱਕ ਰੱਥ ਹੈ, ਆਤਮਾ ਇਹਦਾ ਰਥੀ ਹੈ। ਆਤਮਾ ਨੇ ਇਹਦੇ ਤੇ ਸਫ਼ਰ ਕਰਨਾ ਹੈ। ਉਸ ਤੋਂ ਬਾਅਦ ਇਹਦੀ ਬੁੱਧੀ ਸਾਰਥੀ ਹੈ। ਬੁੱਧੀ ਇਸ ਰੱਥ ਨੂੰ ਹੱਕਦੀ ਹੈ। ਮਨ ਇਸ ਰੱਥ ਦੀਆਂ ਲਗਾਮਾਂ ਨੇ। ਘੋੜੇ ਇੰਦਰੀਆਂ ਦੇ ਨੇ ਤੇ ਵਾਸ਼ਨਾ ਦੀ ਸੜਕ ਉੱਤੇ ਰੱਥ ਤੁਲਿਆ ਜਾਂਦਾ ਹੈ। ਮੇਰੀ ਬੇਨਤੀ ਨੂੰ ਬਰੀਕੀ ਨਾਲ ਸੁਣਿਓ ਪਲੀਜ਼। ਫਿਰ ਇਹਦੀ ਸਮਝ ਪੈਗੀ ਇੱਕ ਰੱਥ ਇੱਕ ਰਥਵਾਹ। ਉਹ ਕਹਿੰਦੇ ਨੇ ਕਿ ਸਰੀਰ ਰੱਥ ਹੈ, ਇਹਦੇ ਵਿੱਚ ਸਫ਼ਰ ਕਰਨ ਵਾਲੀ ਆਤਮਾ ਰਥੀ ਹੈ। ਬੁੱਧੀ ਇਸ ਰੱਥ ਨੂੰ ਹੱਕਣ ਵਾਲੀ ਸਾਰਥੀ ਹੈ। ਮਨ ਘੋੜੇ ਦੀਆਂ ਲਗਾਮਾਂ ਹੈ। ਸਾਡੀਆਂ ਇੰਦਰੀਆਂ ਘੋੜੇ ਨੇ। ਰੱਥ ਜਿਵੇਂ ਸੜਕ ਦੇ ਉੱਤੇ ਚੱਲਦਾ ਹੈ, ਇਹ ਸਾਡੇ ਸਰੀਰ ਦਾ ਰੱਥ ਜਿਹੜਾ ਇਹ ਵਾਸ਼ਨਾ ਦੀ ਸੜਕ ਉੱਤੇ ਤੁਰਿਆ ਜਾਂਦਾ ਹੈ। ਸਾਰੇ ਵਿੱਚ ਗਿਣ ਦਿੱਤੇ। ਫਿਰ ਉਹ ਅਗਲੀ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਇਹ ਰੱਥ ਤੁਰਿਆ ਜਾ ਰਿਹਾ ਵਾਸ਼ਨਾ ਦੀ ਸੜਕ ਤੇ, ਪਰ ਕਹਿੰਦਾ ਇਹਦੇ ਨਾਲ ਆਤਮਾ ਰਥੀ ਜੁੜ ਕੇ, ਜਿਵੇਂ ਘੋੜੇ ਮੈਂ ਅਰਜ਼ ਕੀਤੀ ਇੰਦਰੀਆਂ ਦੇ ਘੋੜੇ ਨੇ, ਜੇ ਘੋੜੇ ਵਾਸ਼ਨਾ ਦੀ ਸੜਕ ਉੱਤੇ ਚੱਲਦੇ ਪਏ ਨੇ ਤੇ ਜਿਹੜੇ ਜਿਸ ਥਾਂ ਤੇ ਘੋੜੇ ਚੱਲਦੇ ਪਏ ਨੇ, ਇੰਦਰੀਆਂ ਦਾ ਸੰਬੰਧ ਮਨ ਨਾਲ, ਮਨ ਦਾ ਸੰਬੰਧ ਬੁੱਧੀ ਨਾਲ, ਬੁੱਧੀ ਦਾ ਸੰਬੰਧ ਆਤਮਾ ਨਾਲ, ਆਤਮਾ ਦਾ ਸੰਬੰਧ ਪਰਮਾਤਮਾ ਨਾਲ। ਉਹ ਕਹਿੰਦੇ ਨੇ ਅਸਲ 'ਚ ਆਤਮਾ ਇਹਨਾਂ ਦੇ ਨਾਲ ਰਹਿ ਕੇ ਰਥੀ ਬੜਾ ਚੰਗਾ ਹੈ, ਪਰ ਜਿਸ ਰੱਥ ਤੇ ਜਿਹੜੇ ਨੂੰ ਤੋਰਦੇ ਪਏ ਨੇ ਉਹ ਮੈਲੇ ਨੇ। ਪਰ ਜਦੋਂ ਕਿਸੇ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਸਭ ਤੋਂ ਪਹਿਲਾਂ ਉਹਦੀਆਂ ਇੰਦਰੀ ਰੂਪੀ ਘੋੜੇ ਜਿਹੜੇ ਨੇ ਉਹ ਵਾਸ਼ਨਾ ਦੀ ਸੜਕ ਤੋਂ ਅਸੰਗ ਹੋ ਜਾਂਦੇ ਨੇ। ਅਸੰਗ ਦਾ ਅਰਥ ਹੁੰਦਾ ਹੈ ਕਿ ਉਹਦੇ ਵਿੱਚ ਖਚਤ ਨਹੀਂ ਹੁੰਦੇ। ਇੰਦਰੀਆਂ ਚੱਲਦੀਆਂ ਫਿਰ ਵੀ ਨਹੀਂ ਖੈ ਸੱਚੀ ਮੁੱਚੀ ਘੋੜੀ ਦੀ ਤਰ੍ਹਾਂ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਜਦੋਂ ਘੋੜੀਆਂ ਪੜ੍ਹਦੇ ਹੋ ਨਾ ਜੀ, ਘੋੜੀਆਂ ਦੇ ਅਰਥ ਵੀ ਆਈ ਨੇ, ਇੱਕ ਰੱਥ ਇੱਕ ਰਥਵਾਹ ਦੇ ਤੇਜਣ ਜੀ ਰਾਮ ਉਪਾਇਆ ਰਾਮ। ਜਿਵੇਂ ਘੋੜੀ ਤੇ ਆਦਮੀ ਸਫ਼ਰ ਕਰਦਾ, ਉਹਨੂੰ ਦਾਣਾ ਪੱਠਾ ਪਾਉਂਦਾ, ਖਰਕਣਾ ਕਰਦਾ, ਸੰਭਾਲਦਾ। ਇਸ ਕਰਕੇ ਮੈਂ ਘੋੜੀ ਤੇ ਸਫ਼ਰ ਕਰਕੇ ਇੱਕ ਥਾਂ ਤੇ ਦੂਜੀ ਥਾਂ ਤੇ ਪਹੁੰਚ ਜਾ। ਤੇ ਪਿਆਰਿਓ, ਜਿਹੜਾ ਸਾਰੀ ਜ਼ਿੰਦਗੀ ਘੋੜੀਆਂ ਨੂੰ ਸ਼ਿੰਗਾਰੀ ਜਾਏ ਤੇ ਸਫ਼ਰ 1 ਮੀਲ ਵੀ ਨਾ ਕਰੇ ਤੇ ਘੋੜੀ ਮਰ ਜਾਏ, ਉਸ ਬੰਦੇ ਦਾ ਫਾਇਦਾ ਕੀ ਘੋੜੀ ਰੱਖਣ ਦਾ? ਸਫ਼ਰ ਤੇ ਕੀਤਾ ਹੀ ਨਹੀਂ। ਇਹ ਸਾਡਾ ਸਰੀਰ ਘੋੜੀ ਹੈ। ਸੱਚ ਵੇ ਇਸ ਘੋੜੀ ਨੂੰ ਖਾਂਦੇ ਪਵਾਨੇ ਸਭ ਕੁਝ ਪਏ ਆ, ਪਰ ਆਤਮਾ ਤਾਂ ਜਾਂ ਸਫ਼ਰ ਹੀ ਕੋਈ ਨਹੀਂ ਕੀਤਾ। ਮਰ ਗਈ ਘੋੜੀ, ਖਤਮ ਹੋ ਗਈ ਕਹਾਣੀ। ਇਸੇ ਤਰ੍ਹਾਂ ਫਿਰ ਬੇਨਤੀ ਸੁਣਿਓ, ਮੇਰਾ ਸਰੀਰ ਤੁਹਾਡਾ ਸਰੀਰ ਇੱਕ ਰੱਥ ਹੈ। ਆਤਮਾ ਇਹਦੇ ਵਿੱਚ ਸਫ਼ਰ ਕਰੇਗੀ, ਕਿਉਂਕਿ ਸਰੀਰ ਦੇ ਰੱਥ ਤੋਂ ਬਿਨਾਂ ਸਫ਼ਰ ਨਹੀਂ ਹੋ ਸਕਦਾ। ਬਾਬਾ ਜੀ ਨੇ ਕਿਹਾ ਨਾਨਕ ਮੇਰ ਸਰੀਰ ਕਾ, ਸਰੀਰ ਮਾੜਾ ਨਹੀਂ, ਇਹ ਸਭ ਤੋਂ ਉੱਤਮ ਸ੍ਰੇਸ਼ਟ ਹੈ, ਇਹਦੇ ਤੋਂ ਬਿਨਾਂ ਸਫ਼ਰ ਨਹੀਂ ਹੋ ਸਕਣਾ। ਫਿਰ ਬੇਨਤੀ ਹੈ ਕਿ ਆਤਮਾ ਰਥੀ, ਸਰੀਰ ਰੱਥ ਵਿੱਚ ਹੈ, ਇਹਨੂੰ ਖਿੱਚਣ ਤੋਰਨ ਵਾਲੀ ਬੁੱਧੀ ਸਾਰਥੀ ਹੈ, ਮਨ ਲਗਾਮਾਂ ਨੇ, ਇੰਦਰੀਆਂ ਘੋੜੇ ਨੇ, ਵਾਸ਼ਨਾ ਦੀ ਸੜਕ ਤੇ ਜਾਂਦਾ ਹੈ। ਜਦੋਂ ਇੰਦਰੀਆਂ ਦੇ ਘੋੜੇ ਵਾਸ਼ਨਾ ਤੋਂ ਮੁਕਤ ਹੋ ਜਾਂਦੇ ਨੇ, ਇੰਦਰੀਆਂ ਫਿਰ ਅੰਤਰਮੁਖੀ ਮਨ ਵਾਲੇ ਪਾਸੇ ਸਮਾ ਜਾਂਦੀਆਂ ਨੇ। ਇਹ ਕਠੋ ਉਪਨਿਸ਼ਦ ਕਹਿ ਰਿਹਾ ਕਿ ਇੰਦਰੀਆਂ ਮਨ ਵਾਲੇ ਪਾਸੇ ਝੁਕਦੀਆਂ ਨੇ, ਮਨ ਬੁੱਧੀ ਵਿੱਚ ਲੀਨ ਹੋ ਜਾਂਦਾ ਹੈ।
ਬੁੱਧੀ ਆਤਮਾ ਵਿੱਚ ਲੀਨ ਹੋ ਜਾਂਦੀ ਏ, ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਤੇ ਰੱਥ ਤੇ ਬਹਿਣ ਵਾਲੇ ਦਾ ਸਫ਼ਰ ਮੁੱਕ ਜਾਂਦਾ, ਉਹ ਮੁਕਤ ਹੋ ਜਾਂਦਾ। ਪਰ ਇੱਥੇ ਸਤਿਗੁਰੂ ਨੇ ਜਿਹੜਾ ਸ਼ਬਦ ਵਰਤਿਆ ਹੈ, ਨਾਨਕ ਮੇਰ ਸ਼ਰੀਰ ਕਾ ਇੱਕ ਰਥ ਇੱਕ ਰਥਵਾਹੋ। ਭਾਈ ਸਿੱਖੋ, ਜਿੰਨੇ ਵੀ ਸਰੀਰ ਨੇ, ਇਹਨਾਂ ਸਾਰਿਆਂ ਸਰੀਰਾਂ ਵਿੱਚੋਂ ਉੱਤਮ ਸਰੀਰ ਮਨੁੱਖ ਦਾ ਸਰੀਰ ਹੈ। ਬਾਕੀ ਸਰੀਰਾਂ ਵਿੱਚ ਚੇਤਨਾ ਹੈ, ਪਰ ਜਿੰਨੀ ਚੇਤਨਾ ਪਰਮਾਤਮਾ ਨੇ ਇਹਨੂੰ ਦਿੱਤੀ ਹੈ, ਇੰਨੀ ਚੇਤਨਾ ਕਿਸੇ ਹੋਰ 'ਚ ਨਹੀਂ। ਪਸ਼ੂ ਵਿੱਚ ਚੇਤਨਾ ਹੈ, ਪਰ ਕਈ ਥਾਵਾਂ ਤੇ ਪਸ਼ੂ ਕਈ ਵਾਰੀ ਬੰਦੇ ਤੋਂ ਚੇਤਨਾ ਵੱਧ ਰੱਖਦਾ ਕੁਝ ਕੁ ਚੀਜ਼ਾਂ 'ਚ। ਜਿਵੇਂ ਕੁੱਤਾ ਹੈ, ਉਹਨੂੰ ਰੱਬ ਨੇ ਇੱਕ ਅੰਦਰ ਦੀ ਚੇਤਨਾ ਦਿੱਤੀ, ਉਹਦੇ ਕੋਲ ਸੁੰਘਣ ਦੀ ਸ਼ਕਤੀ ਹੈ। ਜਿੰਨੀ ਮਰਜ਼ੀ ਬੰਦੇ ਨੇ ਬਿਜਲਾਈ ਤੌਰ ਤੇ, ਇਲੈਕਟ੍ਰੋਨਿਕ ਤੌਰ ਤੇ ਤਰੱਕੀ ਕਰ ਲਈ, ਅੱਜ ਵੀ ਬਾਹਰਲੇ ਮੁਲਕਾਂ 'ਚ ਜਾਓ, ਟੈਚੀਆਂ ਜਿਹੜੇ ਕੁੱਤੇ ਨੂੰ ਲੈ ਕੇ ਤੁਰੇ ਫਿਰਦੇ ਨੇ, ਦਾ ਮਤਲਬ ਜਿਹੜਾ ਮਸ਼ੀਨ ਨੂੰ ਸਮਝ ਨਹੀਂ ਪੈਂਦੀ, ਉਹ ਕੁੱਤੇ ਨੂੰ ਪੈ ਸਕਦੀ ਹੈ। ਉਹ ਕੁੱਤਾ ਸੁੰਘਦਾ ਉਹਨਾਂ ਚੀਜ਼ਾਂ ਨੂੰ, ਦੇਖਦਾ ਹੈ। ਪਰ ਜਿਹੜੀ ਪਰਮਾਤਮਾ ਨਾਲ ਮਿਲਣ ਦੀ ਸੱਤਿਆ ਚੇਤਨਾ ਹੈ, ਜਿੰਨੀ ਇਨਸਾਨੀ ਜਾਮੇ 'ਚ ਇੰਨੀ ਕਿਸੇ 'ਚ ਨਹੀਂ। ਮੇਰੀ ਫਿਰ ਬੇਨਤੀ ਸੁਣਿਓ, ਆ ਜਿਹੜੇ ਰੁੱਖ ਨੇ ਬਾਹਰ, ਚੇਤਨਾ ਇਹਨਾਂ ਵਿੱਚ ਵੀ ਹੈ। ਜਿਹੜੇ ਪੱਥਰ ਪਏ ਨੇ, ਖਿਮਾ ਕਰਿਓ, ਚੇਤਨਾ ਇਹਨਾਂ ਵਿੱਚ ਵੀ ਹੈ। ਆਪਾਂ ਕਹਿੰਦੇ ਹਾਂ ਪੱਥਰ ਚੇਤਨਾ ਨਹੀਂ, ਜੇ ਚੇਤਨਾ ਨਾ ਹੁੰਦੀ ਤੇ ਬਾਬਾ ਜੀ ਨੇ ਕਿਹਾ ਕਈ ਜਨਮ ਸੈਲ ਗਿਰ ਕੇ ਰਿਹਾ, ਪਤਾ ਨਹੀਂ ਕਿੰਨੇ ਕੁ ਜਨਮ ਤੂੰ ਪੱਥਰਾਂ ਦੇ ਰੂਪ ਵਿੱਚ ਰਿਹਾ ਹੈ। ਜਿਹੜੀ ਚੇਤਨਾ ਸਾਨੂੰ ਪਰਮਾਤਮਾ ਨੇ ਇਸ ਦੇਹ 'ਚ ਦਿੱਤੀ, ਉਹ ਪਸ਼ੂ ਕੋਲ ਨਹੀਂ। ਇਸੇ ਕਰਕੇ ਕਬੀਰ ਸਾਹਿਬ ਮਹਾਂਪੁਰਸ਼ ਨੂੰ ਇਹ ਗੱਲ ਕਹਿਣੀ ਪਈ ਕਿ ਇਨਸਾਨ ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਹੁਣ ਜੇ ਸਟਰਕਚਰ ਦੇ ਤੌਰ ਤੇ ਦੇਖੋ, ਢਾਂਚੇ ਦੇ ਤੌਰ ਤੇ ਦੇਖੋ, ਜਿੰਨੇ ਵੱਡੇ ਪਸ਼ੂ ਦੇ ਕੰਨ ਨੇ, ਮੱਝ ਗਾਂ ਦੇ ਕੰਨ ਨੇ, ਸਾਡੇ ਕੰਨ ਇੰਨੇ ਵੱਡੇ ਤੇ ਨਹੀਂ। ਜਿੰਨੀ ਉਹਦੇ ਕੋਲ ਤਾਕਤ ਹੈ, ਸਾਡੀ ਇੰਨੇ ਕੋਲ ਤਾਕਤ ਨਹੀਂ। ਪਰ ਜਦੋਂ ਚੇਤਨਾ ਦੀ ਗੱਲ ਕੀਤੀ ਤੇ ਕਬੀਰ ਸਾਹਿਬ ਕਹਿੰਦੇ ਨੇ ਚਾਰ ਪਿਆਰ ਨੇ, ਦੋ ਸਿੰਘ ਨੇ, ਮੂੰਹ ਤੇਰਾ ਇਨਸਾਨ ਤੋਂ ਵੱਡਾ ਹੈ, ਪਰ ਗੁੰਗਿਆ ਤੂੰ ਰੱਬ ਦੀ ਭਗਤੀ ਨਹੀਂ ਕਰ ਸਕੇਗਾ, ਕਿਉਂਕਿ ਜਿਹੜੀ ਚੇਤਨਾ ਭਗਤੀ ਮਨੁੱਖਾਂ ਦੇਹ 'ਚ ਕਰਾ ਸਕਦੀ ਹੈ, ਪਸ਼ੂ ਤੇ ਪੰਛੀ ਦੇ ਰੂਪ 'ਚ ਨਹੀਂ ਹੋ ਸਕਦੀ। ਚਾਰ ਪਾਮ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰਖ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਅਸਲ 'ਚ ਪਸ਼ੂ ਕੋਲ ਇੰਨੀ ਚੇਤਨਾ ਨਹੀਂ। ਇਸੇ ਕਰਕੇ ਗੁਰਮੁਖੋ, ਜਦੋਂ ਇਨਸਾਨ ਭਗਤੀ ਤੋਂ ਵਿਰਵਾ ਹੋ ਜਾਂਦਾ ਹੈ, ਚੇਤਨ ਹੋ ਕੇ ਵੀ ਭਗਤੀ ਨਹੀਂ ਕਰਦਾ, ਫਿਰ ਗੁਰੂ ਉਹਨੂੰ ਬਾਣੀ 'ਚ ਪਸ਼ੂ ਦੀ ਚੇਤਨਾ ਨਾਲ ਤੁਲਨਾ ਦਿੰਦਾ। ਤੁਸੀਂ ਪੜ੍ਹਦੇ ਹੋ ਕਰਤੂਤ ਪਸ਼ੂ ਕੀ ਮਾਨਸ ਜਾਤ, ਕਿਉਂ ਕਹਿ ਦਿੱਤਾ? ਇਹਦਾ ਮਤਲਬ ਤੇਰੇ ਕੋਲ ਦੇਹੀ ਮਨੁੱਖ ਵਾਲੀ ਏ, ਪਰ ਚੇਤਨਾ ਹੋਣ ਦੇ ਬਾਵਜੂਦ ਵੀ ਤੂੰ ਕਰਮ ਉਹ ਕਰਨਾ ਜਿਹੜੇ ਪਸ਼ੂ ਪਿਆ ਕਰਦਾ। ਤੇਰਾ ਸਰੀਰ ਹੈ ਸਭ ਤੋਂ ਉੱਤਮ, ਪਰ ਤੇਰੀ ਚੇਤਨਾ ਦਾ ਤੂੰ ਫਾਇਦਾ ਨਹੀਂ ਲਿਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਂ ਅਸੀਂ ਸਤਿਗੁਰੂ ਦੀ ਬਾਣੀ 'ਚ ਇਹ ਪਾਠ ਕਰਨੇ ਹਾਂ ਕਿ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹਿ ਮਨ, ਜੈਸੇ ਸੂਕਰ ਸਵਾਨ। ਬੇਨਤੀ ਸੁਣੋ, ਸੂਰ ਤੇ ਕੂਕਰ, ਵਾਹਿਗੁਰੂ ਕੂਕਰ, ਸਵਾਨ ਤੇ ਸੂਰ, ਕਹਿੰਦੇ ਤੇਰਾ ਤਨ ਹੋ ਜਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਜਗ੍ਹਾ ਤੇ ਕੂਕਰ ਵੀ ਇਨਸਾਨ ਤੋਂ ਵਫਾਦਾਰ ਮੰਨਿਆ ਹੈ। ਹਾਲਾਂਕਿ ਸੂਰ ਨੂੰ ਅਸੀਂ ਬੜੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੇ ਸੂਰ ਦੇ ਸਰੀਰ ਨੂੰ ਵੀ ਬੰਦੇ ਦੇ ਸਰੀਰ ਨਾਲੋਂ ਇੱਕ ਥਾਂ ਤੇ ਉੱਤਮਤਾ ਦਿੱਤੀ ਹੈ। ਜਿਵੇਂ ਅਸੀਂ ਪਾਠ ਕਰਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਖਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਸਰੀਰ ਤੇ ਕੁੱਤੇ ਦਾ, ਪਰ ਉਹਦੇ 'ਚ ਵੀ ਇੱਕ ਗੁਣ ਲੈ ਲਿਆ। ਜਾਂ ਅਸੀਂ ਪਾਠ ਕਰਨੇ ਆ ਕਿ ਸੁਆਮੀ ਕੋ ਗ੍ਰਿਓ ਜਿਉ ਸਦਾ ਸਵਾਮ ਤਜਤਨੀ ਨਿਤ, ਨਾਨਕ ਇਹ ਬਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇੱਕ ਮਨ ਇੱਕ ਚਿੱਤ ਕੁੱਤੇ ਤੋਂ ਸਿੱਖ, ਉਹਨੂੰ ਬੰਦੇ ਤੋਂ ਜ਼ਿਆਦਾ ਥਾਂ ਦਿੱਤੀ ਗਈ। ਦੂਜੇ ਪਾਸੇ ਜਦੋਂ ਅਸੀਂ ਪਾਠ ਕਰਨੇ ਆ, ਕਬੀਰ ਸਾਕਤ ਤੇ ਸੂਕਰ ਭਲਾ ਰੱਖ ਹੈ ਆਛਾ ਗਾਉ, ਉਹ ਸਾਕਤ ਬਪੜਾ ਮਰ ਗਿਆ ਕੋਈ ਨਾ ਲੈ ਹੈ ਨਾਉ। ਬੇਨਤੀ ਸੁਣਿਓ, ਸਾਡੀ ਚੇਤਨਾ ਪਸ਼ੂਆਂ ਦੀ ਚੇਤਨਾ ਤੋਂ ਵਿਕਸਿਤ ਹੈ। ਚੇਤਨਾ ਕਰਕੇ ਸਾਡਾ ਸਰੀਰ ਨਾਨਕ ਮੇਰ ਸਰੀਰ ਕਾ, ਸਾਰੇ ਸਰੀਰਾਂ ਵਿੱਚੋਂ ਉੱਤਮ ਸਰੀਰ ਤਾਂ ਹੈ ਕਿਉਂਕਿ ਸਾਨੂੰ ਪਰਮਾਤਮਾ ਨੇ ਜਿਹੜੀ ਚਿੰਤਨ ਦੀ ਤਾਕਤ ਦਿੱਤੀ ਹੈ,
ਉਹ ਚੇਤਨਾ ਪਸ਼ੂ ਕੋਲ ਨਹੀਂ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਇੱਕ ਪਸ਼ੂ, ਚਲੋ ਇੱਥੇ ਮਾਲ ਡੰਗਰ ਅਸੀਂ ਰੱਖੇ, ਇੱਕ ਮੱਝ ਕੱਟੀ ਜਾਂ ਕੱਟੇ ਆਪਣੇ ਬੱਚੇ ਨੂੰ ਜਨਮ ਦਿੰਦੀ, ਉਹਨੂੰ 6 ਮਹੀਨੇ ਦੇ ਨੂੰ ਮਾਂ ਤੋਂ ਵੱਖ ਕਰ ਦਿਓ। 6 ਮਹੀਨੇ ਦਾ ਹੋਵੇ ਬੱਚਾ, ਉਹਨੂੰ ਵੱਖ ਕਰ ਦਿਓ, ਤੇ 5 ਸਾਲ ਬਾਅਦ ਉਸੇ ਦੇ ਬੱਚੇ ਨੂੰ ਮੱਝ ਕੋਲ ਫਿਰ ਲੈ ਕੇ ਆਓ, ਪਸ਼ੂ ਕੋਲ। ਉਹਨੂੰ ਸਮਝ ਨਹੀਂ ਪੈਣੀ ਹੈ ਮੇਰੀ ਮਾਂ ਹੈ, ਤੇ ਉਹਨੂੰ ਸਮਝ ਨਹੀਂ ਪੈਣੀ ਹੈ ਮੇਰੀ ਔਲਾਦ ਹੈ, ਨਹੀਂ ਸਮਝ ਪੈਣੀ। ਪਰ ਇਨਸਾਨੀ ਮਾਂ ਦੀ ਚੇਤਨਾ ਕਿੰਨੀ ਵਿਕਸਿਤ ਹੈ। ਇੱਕ ਮਾਂ ਬੱਚੇ ਨੂੰ ਜਨਮ ਦੇਵੇ, ਮੰਨ ਲਓ ਉਸ ਬੱਚੇ ਦੇ ਜਨਮ ਤੋਂ 1 ਘੰਟੇ ਬਾਅਦ ਬੱਚੇ ਦੀ ਮੌਤ ਹੋ ਜਾਏ, ਮਾਂ 100 ਸਾਲ ਦੀ ਜ਼ਿੰਦਗੀ ਜੀਏ, ਉਹਨੂੰ ਬੁਢੇਪੇ 'ਚ ਪੁੱਛ ਕੇ ਦੇਖੋ ਕਿ ਮਾਂ ਤੇਰਾ ਸਭ ਤੋਂ ਵੱਡਾ ਬੱਚਾ ਇਹ ਵੇ, ਉਹ ਕਹਿੰਦੀ ਨਹੀਂ, ਇਹਦੇ ਤੋਂ ਪਹਿਲਾਂ ਵੀ ਇੱਕ ਵੱਡਾ ਹੋਇਆ ਸੀ, ਪਰ 1 ਘੰਟੇ ਬਾਅਦ ਉਹਦੀ ਮੌਤ ਹੋ ਗਈ ਸੀ। ਪਸ਼ੂ ਕੋਲ ਚੇਤਨਾ ਨਹੀਂ। ਜੇ ਇੱਕ ਪਸ਼ੂ ਮਨੁੱਖ ਦੀ ਚੇਤਨਾ ਇਸ ਇਨਸਾਨੀ ਰਿਸ਼ਤਿਆਂ ਨੂੰ ਭੁੱਲਦੀ ਨਹੀਂ, ਚੇਤੇ ਰੱਖਿਓ, ਜਦੋਂ ਇਸ ਚੇਤਨਾ ਨੂੰ ਕੋਈ ਰੱਬ ਦੇ ਚਿੰਤਨ ਵਿੱਚ ਲੈ ਜਾਂਦਾ ਹੈ, ਉਦੋਂ ਫਿਰ ਇਹ ਸਰੀਰ ਸਭ ਤੋਂ ਉੱਤਮ ਹੋ ਜਾਂਦਾ ਹੈ। ਤੇ ਜੇ ਬੰਦਗੀ ਨਹੀਂ ਕਰਦਾ, ਫਿਰ ਸਤਿਗੁਰੂ ਕਹਿੰਦੇ ਨੇ ਕਿ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹ ਸਰੀਰ ਇਸ ਤਰ੍ਹਾਂ। ਬੇਨਤੀ ਹੈ, ਫਿਰ ਸੁਣਿਓ ਧਿਆਨ ਨਾਲ, ਕਿਉਂ ਹੈ ਸਰੀਰ ਸ੍ਰੇਸ਼ਟ। ਹਾਲਾਂਕਿ ਬਾਣੀ 'ਚ ਤਾਂ ਬਹੁਤ, ਜੇ ਇਸ ਕੱਲੀ ਬੋਡੀ ਦੇ ਬਾਬਾ ਜੀ ਨੇ, ਇੱਕ ਵਿਦਿਆਰਥੀਆਂ ਨੂੰ ਕਹਾਂਗਾ ਮੈਂ, ਉਹ ਕਾਇਆ ਦਾ ਜਿਹੜੀ ਦੇਹੀ ਦਾ ਸੰਕਲਪ ਹੈ, ਉਹ ਕਿਤਾਬ ਸ਼ਿਖਰ ਦੀ ਹੈ। ਮੇਰਾ ਖਿਆਲ ਪੂਰੇ ਵਰਲਡ ਵਿੱਚ, ਪੰਜਾਬੀ ਦੇ ਵਿੱਚ ਏਡੀ ਵੱਡੀ ਗਿਆਨ ਦੀ ਕਿਤਾਬ ਸ਼ਾਇਦ ਕਿਤੇ ਹੋਵੇ, ਤੇ ਸ਼ਬਦ ਬਾਰੇ ਵੀ ਬਹੁਤ ਕੁਝ ਦਿੱਤਾ ਗਿਆ। ਹੁਣ ਇਹ ਜਿਹੜੀ ਬਾਡੀ ਹੈ, ਇਸ ਨੂੰ ਪਰਮਾਤਮਾ ਨੇ ਬੜੀ ਬਖਸ਼ਿਸ਼ ਸਾਡੇ ਤੇ ਕੀਤੀ। ਸਤਿਗੁਰੂ ਨੇ ਇੱਥੋਂ ਤੱਕ ਲਫ਼ਜ਼ ਵਰਤਿਆ, ਤੁਸੀਂ ਰੋਜ਼ ਪੜ੍ਹਦੇ ਹੋ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਤੇਰੇ ਅੰਦਰ ਆਪਣੀ ਅੰਸ਼ ਟਿਕਾਈ ਉਹਨੇ, ਜਿਹਦੇ ਵਿੱਚ ਤੂੰ ਮਿਲਣਾ ਚਾਹੁੰਦਾ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮੈਂ ਆਇਆ। ਇਹ ਸਰੀਰ ਫਾਨੀ ਨਹੀਂ ਕੇਵਲ, ਇਹ ਮੇਰ ਸਰੀਰ। ਇਸ ਕਰਕੇ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਅੰਸ਼ ਟਿਕਾ ਦਿੱਤੀ, ਆਪਣੀ ਜੋਤ ਰੱਖੀ। ਇਹੀ ਕਾਰਨ, ਭਾਵੇਂ ਸਰੀਰ ਨੇ ਬਿਨਸ ਜਾਣਾ ਹੈ, ਅਸੀਂ ਕਹਾਂਗੇ ਵੀ ਸਰੀਰ ਖਤਮ ਹੋ ਜਾਣਾ ਹੈ, ਬਾਣੀ ਨੇ ਵੀ ਕਿਹਾ ਵੀ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਇਹਨੇ ਬਿਨਸ ਜਾਣਾ ਹੈ। ਪਰ ਗੁਰੂ ਅਮਰਦਾਸ ਨੇ ਇੱਕ ਸ਼ਬਦ ਹੋਰ ਕਿਹਾ, ਜੇ ਮੇਰ ਸਰੀਰ ਤਾਂ ਹੈ ਜੇ ਉਹਦੇ 'ਚ ਜੁੜ ਗਿਆ। ਦੇਖੋ ਅਸੀਂ ਇਹ ਪੌੜੀ ਦੂਜੀ ਪੜ੍ਹਨੇ ਆ ਰੋਜ਼, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਹੈ ਮੇਰ, ਨਾਨਕ ਮੇਰ ਸਰੀਰ ਕਾ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਬਸ ਇੱਕ ਮੈਂ ਇੱਥੇ ਹੋਰ ਬੇਨਤੀ ਕਰਕੇ ਅੱਗੇ ਤੁਰਨਾ। ਅਸੀਂ ਸਰੀਰਕ ਤੌਰ ਤੇ ਜਿੰਨੇ ਬੈਠੇ ਹਾਂ, ਯਾਦ ਰੱਖਿਓ, ਤਾਕਤ ਕਰਕੇ ਬਾਕੀ ਸਰੀਰਾਂ ਤੋਂ ਸ੍ਰੇਸ਼ਟ ਨਹੀਂ। ਕਿਉਂਕਿ ਇੱਥੇ ਬਾਬਾ ਜੀ ਨੇ ਕਿਹਾ ਨਾਨਕ ਮੇਰ ਸਰੀਰ ਕਾ। ਸਾਰੇ ਸਰੀਰਾਂ ਵਿੱਚੋਂ ਮੇਰ ਸਮੇਰੂ ਵੱਡਾ ਸ੍ਰੇਸ਼ਟ ਬੰਦੇ ਦਾ ਸਰੀਰ, ਮਨੁੱਖ ਦਾ ਸਰੀਰ। ਕੀ ਅਸੀਂ ਤਾਕਤ ਕਰਕੇ ਬਾਕੀ ਸਰੀਰਾਂ ਤੋਂ ਜ਼ਿਆਦਾ ਉੱਤਮ ਹਾਂ, ਸ੍ਰੇਸ਼ਟ ਹਾਂ? ਦੂਸਰੀ ਮੈਂ ਬੇਨਤੀ ਕਰਾਂਗਾ, ਕੀ ਅਸੀਂ ਸੁੰਦਰਤਾ ਕਰਕੇ, ਸੁਹੱਪਣ ਕਰਕੇ ਬਾਕੀ ਸਰੀਰਾਂ ਤੋਂ ਬਹੁਤ ਚੰਗੇ ਹਾਂ? ਇਹਨਾਂ ਦੋਨਾਂ ਗੱਲਾਂ ਕਰਕੇ ਮਨੁੱਖ ਉੱਤਮ ਨਹੀਂ। ਜੇ ਸਰੀਰਕ ਬਲ ਕਰਕੇ, ਤਾਕਤ ਕਰਕੇ, ਜ਼ੋਰ ਕਰਕੇ ਕਹੀ ਅਸੀਂ ਉੱਤਮ ਹਾਂ, ਤੇ ਇੱਕ ਵਿਦਵਾਨ ਪੁਰਸ਼ ਕਹਿੰਦਾ, ਖਾਲੀ ਹੱਥ ਬੰਦੇ ਦਾ ਨਿੱਕੇ ਜਿਹੇ ਕਤੂਰੇ ਨਾਲ ਮੁਕਾਬਲਾ ਹੋ ਜਾਏ ਤੇ ਬੰਦਾ ਹਾਰ ਜਾਂਦਾ। ਹੱਥ 'ਚ ਕੁਛ ਨਾ ਹੋਵੇ, ਆ ਨਿੱਕਾ ਜਿਹਾ ਕਤੂਰਾ ਹੀ 4-5 ਮਹੀਨੇ ਦਾ ਬੰਦੇ ਨੂੰ ਵੱਢਣ ਲੱਗ ਪਿਆ, ਬੰਦਾ ਦੌੜਦਾ ਉਹਦੇ ਅੱਗੇ। ਸਰੀਰਕ ਤੌਰ ਤੇ ਦੇ ਕੋਲ ਤਾਕਤ ਨਹੀਂ ਇੰਨੀ। ਹਾਂ, ਕੋਈ ਟਾਵਾਂ ਨਲਵੇ ਵਰਗਾ ਸਰਦਾਰ ਜਾਂ ਕੋਈ ਹੋਰ ਸੂਰਮਾ ਉਹ ਸ਼ੇਰ ਦਾ ਮੂੰਹ ਪਾੜ ਸਕੇ, ਪਰ ਆਮ ਤੌਰ ਤੇ ਸਰੀਰਕ ਤੌਰ ਤੇ ਜਿੰਨੇ ਕੋ ਆਪ ਬੈਠੇ ਆ, ਬਖਸ਼ ਦਿਆ ਜੇ, ਮੇਰਾ ਖਿਆਲ ਕੁੱਤਾ ਪੈ ਜਾਏ ਬੰਦੇ ਦੀ ਬਸ ਕਰਾ ਦਿੰਦਾ।
ਕੁੱਤਾ 4 ਸਾਲ ਦਾ, ਬੰਦੇ ਦੀ ਉਮਰ 40 ਸਾਲ ਦੀ, 4 ਸਾਲ ਵਾਲਾ 40 ਸਾਲ ਨੂੰ ਅੱਗੇ ਲਾਈ ਫਿਰਦਾ। ਇਹ ਸਰੀਰਕ ਤੌਰ ਤੇ ਤਾਕਤ ਵਾਲਾ ਹੈ। ਇਹਨੂੰ ਰੱਬ ਨੇ ਇੱਕ ਚੇਤਨਾ ਦਿੱਤੀ। ਜਿਹੜਾ ਕੁੱਤੇ ਦਾ ਮੁਕਾਬਲਾ ਨੇ ਹੱਥਾਂ ਨਹੀਂ ਕਰ ਸਕਦਾ, ਇਹਨੇ ਚੇਤਨਾ ਨਾਲ ਹਾਥੀ ਨੂੰ ਆਪਣੇ ਲੱਤਾਂ ਦੇ ਥੱਲੇ ਰੱਖ ਲਿਆ। ਚੇਤਨਾ ਹੈ ਨਾ, ਹਾਥੀ ਨੂੰ ਗੁਲਾਮ ਕਰ ਲਿਆ। ਨਿੱਕਾ ਜਿਹਾ ਮੁਹਾਵਤ ਦਾ 7 ਸਾਲ ਦਾ ਮੁੰਡਾ ਹਾਥੀ ਦੇ ਸਿਰ ਤੇ ਬੈਠਾ ਤਿੱਤ ਤਿੱਤ ਦੀ ਆਵਾਜ਼ ਦਿੰਦਾ ਹੈ, ਆਪਣੇ ਪੈਰਾਂ ਦੀਆਂ ਅੱਡੀਆਂ ਮਾਰਦਾ ਹੈ। ਇੰਨੇ ਤਾਕਤ ਵਾਲਾ ਹਾਥੀ ਉਸ ਬੱਚੇ ਦੀ ਗੁਲਾਮੀ ਕਰ ਰਿਹਾ ਹੈ। ਉਹ ਕਹਿੰਦਾ ਬੈਠ ਜਾ, ਹਾਥੀ ਬੈਠ ਗਿਆ। ਉਹਨੇ ਕਿਹਾ ਚੱਲ, ਉਹ ਚੱਲ ਪਿਆ, ਰੁਕ ਜਾ। ਕਿਉਂ? ਕਿਉਂਕਿ ਇਹਦੇ ਕੋਲ ਰੱਬ ਨੇ ਇੱਕ ਚੇਤਨਾ ਦਿੱਤੀ, ਜਿਹਨੇ ਤਾਕਤ ਵਾਲਿਆਂ ਨੂੰ ਵੀ ਆਪਣਾ ਗੁਲਾਮ ਕਰ ਲਿਆ। ਅੱਜ ਸਾਡੀ ਹਾਲਤ ਇਹ ਜੇ, ਅਸੀਂ ਜ਼ੋਰ ਦਾ ਹੰਕਾਰ ਸਾਰੇ ਦਿਖਾਉਂਦੇ ਹਾਂ, ਪਰ ਚੇਤਨਾ ਦੀ ਵਰਤੋਂ ਅਸੀਂ ਵੀ ਨਹੀਂ ਕਰਦੇ ਪਏ। ਸਿਰ ਦੇਣ ਨੂੰ ਸਾਰੇ ਤਿਆਰ ਆ, ਸਿਰ ਵਰਤਣ ਨੂੰ ਬੜੇ ਘੱਟ ਤਿਆਰ ਆ। ਸਿਰ ਦੇ ਦੇਣਾ ਕੋਈ ਛੋਟੀ ਗੱਲ ਨਹੀਂ, ਕੁਰਬਾਨੀ। ਸਿਰ ਵਰਤਣ ਵਾਲੇ, ਮੈਂ ਕਈ ਵਾਰੀ ਸੋਚਣਾ, ਜਦੋਂ ਹਿੰਦੁਸਤਾਨ ਗੁਲਾਮ ਸੀ, ਕਮਿਸ਼ਨਰ, DC, SSP, ਇੱਕ ਜ਼ਿਲ੍ਹੇ 'ਚ ਕਿੰਨੇ ਕੁ ਬੰਦੇ ਹੋਣਗੇ ਜਿਹੜੇ ਗੋਰੇ ਹੋਣਗੇ? ਇਸ ਤਰ੍ਹਾਂ ਹੈ ਨਾ, 15, 20, 100 ਬੰਦਾ ਤੁਸੀਂ ਲਾ ਲਓ। ਚਲੋ ਮੈਂ ਸਿੱਧੀ ਜੀ ਗੱਲ ਕਰ ਰਿਹਾ, ਗਿਣਤੀ ਮਿੰਤੀ। 100 ਬੰਦਾ ਵਿਦੇਸ਼ੀ ਆਇਆ, ਇਹਨਾਂ ਨੂੰ ਕਈ ਸਾਲ ਆਪਣਾ ਗੁਲਾਮ ਬਣਾਈ ਰੱਖਿਆ, ਕਿਉਂਕਿ ਉਹ ਆਪਣੀ ਚੇਤਨਾ ਨਾਲ ਸਾਡੀ ਤਾਕਤ ਨੂੰ ਗੁਲਾਮ ਬਣਾਈ ਬੈਠੇ ਸਨ। ਸਰੀਰਕ ਤੌਰ ਤੇ ਗਿਣਤੀ 'ਚ ਅਸੀਂ ਜ਼ਿਆਦੇ ਸਾਂ, ਪਰ ਚੇਤਨਾ ਉਹਨਾਂ ਦੀ। ਪਰ ਜਦੋਂ ਮਨੁੱਖ ਦੀ ਚੇਤਨਾ ਜਾਗੀ, ਬੇਨਤੀ ਹੈ, ਸਰੀਰਕ ਤੌਰ ਤੇ ਬਲ ਕਰਕੇ ਅਸੀਂ ਸ਼ਕਤੀਸ਼ਾਲੀ ਨਹੀਂ, ਸਾਨੂੰ ਰੱਬ ਨੇ ਚੇਤਨਾ ਦਿੱਤੀ ਹੈ। ਮੈਂ ਬੇਨਤੀ ਕਰਾਂ, ਅਸੀਂ ਸਰੀਰਕ ਤੌਰ ਤੇ ਸੁੰਦਰ ਵੀ ਨਹੀਂ। ਇਹ ਦਾਸ ਅਕਸਰ ਕਹਿੰਦਾ ਹੈ, ਇੱਕ ਕਮਰੇ ਜਿੱਥੇ AC ਲੱਗਾ ਹੋਵੇ, ਮਿੱਟੀ ਵੀ ਨਾ ਜਾਏ ਬਾਹਰੋਂ, 8 ਪੈਰ ਜਾਂ 16 ਪੈਰ ਕਮਰੇ 'ਚ ਬਵੋ, ਆਪਣੇ ਸਰੀਰ ਵਿੱਚੋਂ ਬਦਬੂ ਆਉਣ ਲੱਗ ਪੈਗੀ, ਇਸ਼ਨਾਨ ਕਰਨ ਨੂੰ ਦਿਲ ਕਰੇਗਾ। ਆ ਮੋਰ ਰੱਬ ਨੇ ਪੈਦਾ ਕੀਤਾ, ਕਦੀ ਕਿਸੇ ਨੇ ਰੋਜ਼ ਸਾਬਣ ਨਾਲ ਨਵਾਇਆ ਨਹੀਂ, ਫਿਰ ਵੀ ਲੋਕ ਜਦੋਂ ਮੋਰ ਪਹਿਲਾਂ ਪਾਦਾ, ਉਹਦੀ ਸੁੰਦਰਤਾ ਨੂੰ ਵੇਖ ਕੇ ਆਸ਼ਿਸ਼ ਕਰ ਉੱਠਦੇ। ਮੇਰੀ ਬੇਨਤੀ ਹੈ, ਪਰਮਾਤਮਾ ਨੇ ਮੇਰ ਸਰੀਰ ਤਾਂ ਕਿ ਸਾਨੂੰ ਚੇਤਨਾ ਦਿੱਤੀ ਹੈ। ਇਸ ਸਰੀਰ ਤੋਂ ਬਿਨਾਂ ਗੁਰਮਖੋ ਅੱਜ ਇਹਦੀ ਕਦਰ ਨਹੀਂ। ਸੱਚੀ ਗੱਲ ਜੇ, ਪਿਛਲੇ ਦਿਨੀ ਮੈਂ ਅਰਜ਼ ਕੀਤੀ, ਜਿਹਦੀ ਕਦਰ ਹੋਵੇ ਉਹਦੀ ਹੀ ਕੀਮਤ ਪੈਂਦੀ ਏ। ਜਿਹਦੀ ਕੀਮਤ ਦੀ ਸਮਝ ਪੈ ਜਾਏ, ਉਹਦੀ ਹੀ ਕਦਰ ਪੈਂਦੀ ਹੈ। ਪੱਥਰ ਜ਼ਮੀਨ ਤੇ ਪਿਆ ਹੋਵੇ, ਅੰਨਾ ਬੰਦਾ ਲੰਘੀ ਜਾਏ, ਉਹ ਕਹਿੰਦਾ ਪੈਰਾਂ ਥੱਲੇ ਰੋੜ ਚੁੱਭਦੇ ਨੇ। ਸਜਾਖਾਂ ਚਮਕਦੇ ਪੱਥਰ ਨੂੰ ਦੇਖ ਕੇ ਕਹਿੰਦਾ ਰੋੜ ਨਹੀਂ ਓਏ, ਇਸ ਨਿੱਕੇ ਜਿਹੇ ਪੱਥਰ ਦੀ ਕੀਮਤ ਵੀ ਲੱਖਾਂ ਰੁਪਈਏ ਹੈ। ਮਾਰਗ ਮੋਤੀ ਬੀਥਰੈ, ਅੰਧਾ ਨਿਕਸ਼ੋ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੈ ਜਾਏ। ਇਹ ਕੀਮਤੀ ਸਰੀਰ ਮਿਲਿਆ, ਜਿਸ ਨੂੰ ਬੰਦੇ ਨੇ ਸੱਚ ਐਵੇਂ ਭੋਗਾਂ ਵਿੱਚ ਬਿਲਕੁਲ ਇਹਨੂੰ ਸਖਣਿਆ ਕਰ ਦਿੱਤਾ। ਮਹਾਰਾਜ ਮੇਰੇ ਸਤਿਗੁਰੂ ਕਹਿੰਦੇ ਨੇ, ਸਭ ਤੋਂ ਪਹਿਲੀ ਗੱਲ, ਨਾਨਕ ਮੇਰ ਸਰੀਰ ਕਾ, ਮੈਂ ਸਿਰਫ ਅੱਧੀ ਤੁਕ ਲਈ, ਇਹ ਸਰੀਰ ਸਭ ਤੋਂ ਸ੍ਰੇਸ਼ਟ ਹੈ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ ਕਿ ਦੁਲੱਭ ਦੇ ਪਾਈ ਵਡਭਾਗੀ, ਮੇਰ ਸਰੀਰੇ ਤਾਂ ਵਡਭਾਗੀ ਕਿਆ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦਿਓ ਦਰਸ਼ ਹਰ ਰਾਇਆ। ਬਾਬਾ ਜੀ ਨੇ ਕਿਹਾ ਬਾਣੀ 'ਚ, ਦੁੱਧਾ ਥਣੀ ਨਾ ਆਵੀ, ਫਿਰ ਹੋਏ ਨਾ ਮੇਲਾ। ਆਹ ਜਿਹੜਾ ਸਰੀਰ ਮਿਲਿਆ ਪਿਆਰਿਆ, ਇੱਕ ਵਾਰੀ ਥਣਾ 'ਚੋਂ ਦੁੱਧ ਚੋਦੀਏ ਤੇ ਦੁਬਾਰਾ ਥਣ 'ਚ ਨਹੀਂ ਜਾਂਦਾ। ਜਿਹੜਾ ਵਕਤ ਸਮਾਂ ਸਰੀਰ ਮਿਲਿਆ, ਇਹਨੇ ਦੁਬਾਰਾ ਮਿਲਣਾ ਨਹੀਂ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾਕੇ ਭੂਏ ਗਿਰੈ, ਬੌਰ ਨਾ ਲਾਗੈ ਡਾਰ। ਮਹਾਰਾਜ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਖਾਰੀ। ਸਭ ਤੋਂ ਪਹਿਲੀ ਬੇਨਤੀ, ਜਿਹੜੀ ਜੂਨ ਸਾਨੂੰ ਦਿੱਤੀ ਹੈ ਪਰਮਾਤਮਾ ਨੇ, ਇਹ ਬਾਕੀ ਸਰੀਰਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਹੈ। ਪਰ ਮੈਂ ਕਈ ਵਾਰੀ ਸੋਚਣਾ, ਜਿੰਨਾ ਬੰਦਾ ਇਹਦੇ ਤੋਂ ਦੁਖੀ ਦੇ, ਬਾਕੀ ਜੂਨਾਂ ਇੰਨੀਆਂ ਦੁਖੀ ਨਹੀਂ। ਬੜਾ ਦੁਖੀ, ਬੜਾ ਕਲਪਿਆ ਬੈਠਾ, ਸਾਰੇ ਸੀ ਸ਼ਾਮਲਾਂ ਵਿੱਚ। ਅੱਜ ਤੀਕਰਾ ਕੁੱਤੇ ਨੂੰ ਜਿੰਨੀ ਮਰਜ਼ੀ ਭੈੜੀ ਬਿਮਾਰੀ ਲੱਗ ਜਾਏ, ਉਹ ਕਦੀ ਬਿਜਲੀ ਨੂੰ ਮੂੰਹ ਪਾ ਕੇ ਮਰਦਾ ਨਹੀਂ ਜੇ। ਕਦੀ ਸੁਸਾਈਡ ਕਰਦਾ ਕੁੱਤਾ ਦੇਖਿਆ? ਸੱਪ ਕਿੰਨਾ ਜ਼ਹਿਰੀਲਾ ਹੈ, ਜ਼ਹਿਰ ਭੋਗੀ ਜਾਏਗਾ, ਆਪਣੇ ਆਪ ਮਰਦਾ ਨਹੀਂ।
ਬਾਕੀ ਮੇਰਾ ਖਿਆਲ ਹੈ ਕੋਈ ਜੂਨ ਜਿਹਨੂੰ ਸਰੀਰ ਮਿਲਿਆ ਉਹ ਸੰਤੁਸ਼ਟ ਰਹਿ ਕੇ ਭਾਵੇਂ ਜਿੰਨੀ ਮਰਜ਼ੀ ਪੀੜਾ ਹੈ ਉਹ ਜੇ ਦਿਨ ਬਤੀਤ ਕਰਦਾ, ਚੰਗਾ ਭਲਾ ਖਾਂਦਾ ਪੈਂਦੀ, ਪੱਖੇ ਨੂੰ ਲਫਾ ਲੈਣ ਲੱਗ ਪੈਂਦਾ ਹੈ ਸਭ ਤੋਂ ਸ੍ਰੇਸ਼ਟ। ਪਰ ਕਮਲਾ ਵੀ ਬੜਾ ਹੈ, ਇਹ ਸੰਤੁਸ਼ਟ ਕੋਈ ਨਹੀਂ, ਇਹਨੂੰ ਅੰਦਰ ਦਾ ਸਬਰ ਕੋਈ ਨਹੀਂ। ਮਹਾਰਾਜ ਕਹਿੰਦੇ ਨਾਨਕ ਮੇਰ ਸਰੀਰ ਕਾ, ਇਹ ਸਰੀਰ ਬੜਾ ਕੀਮਤੀ ਹੈ, ਇਹਨੂੰ ਨਿੰਦੋ ਨਾ। ਮੈਂ ਤਾਂ ਉਸ ਕਿਤਾਬ ਦਾ ਹਵਾਲਾ ਦਿੱਤਾ ਸੀ ਕਿਉਂਕਿ ਸਾਡਾ ਜ਼ੋਰ ਲੱਗਾ ਦੇ ਤਾਰੀ ਦੇ ਤਾਰੀ ਦੇ ਤਾਰੀ। ਮੈਂ ਕਹਿੰਦਾ ਬੜੀ ਚੰਗੀ ਗੱਲ, ਆਦਿ ਕਾਲ ਤੋਂ ਸ਼ਬਦ ਪ੍ਰਧਾਨ ਹੈ, ਪਰ ਚੇਤੇ ਰੱਖਿਓ ਸ਼ਬਦ ਵੀ ਓਨੀ ਦੇਰ ਤੱਕ ਨਹੀਂ ਕਮਾਇਆ ਜਾਣਾ ਜਿੰਨੀ ਦੇਰ ਤੱਕ ਦੇਹ ਤੁਹਾਡੇ ਕੋਲ ਨਹੀਂ। ਆਤਮਾ ਬੋਡੀ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦੀ। ਇਸੇ ਕਰਕੇ ਗੁਰੂ ਨੇ ਕਿਹਾ ਜਿਹੜੇ ਦੇਵ ਮੰਡਲਾਂ ਵਿੱਚ ਰਹਿੰਦੇ ਨੇ ਉਹ ਵੀ ਕਹਿੰਦੇ ਸਾਨੂੰ ਦੇਹੀ ਮਿਲ ਜਾਏ। ਇਸ ਦੇਹੀ ਕੋ ਸਿਮਰੈ ਦੇਵ, ਹਾਲਾਂਕਿ ਸਿਮਰਨ ਪਰਮਾਤਮਾ ਦਾ ਕਰਨਾ, ਪਰ ਦੇਹ ਪੁਰਸ਼ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਖਰ ਕੀ ਸੇਵ। ਪਹਿਲੀ ਬੇਨਤੀ ਨਾਨਕ ਮੇਰ ਸਰੀਰ ਕਾ, ਜਿੰਨੇ ਸਰੀਰ ਨੇ ਸਾਰੇ ਸਰੀਰਾਂ ਤੋਂ ਸ੍ਰੇਸ਼ਟ ਉੱਤਮ ਮਾਨਵ ਦੇਹੀ ਹੈ। ਅਗਲਾ ਬਚਨ, ਇੱਕ ਰਥ ਇੱਕ ਰਥਵਾਹ। ਇੱਕ ਤਾਂ ਹੋ ਗਿਆ ਰਥ ਤੇ ਦੂਸਰਾ ਸ਼ਬਦ ਵਰਤਿਆ ਰਥਵਾਹ। ਰਥਵਾਹ ਦਾ ਅਰਥ ਇਹ ਕਰਾਂਗੇ ਜੀ ਰਥ ਚਲਾਉਣ ਵਾਲਾ, ਪਰ ਮੈਂ ਇੱਥੇ ਅਰਥ ਕਰਨ ਲੱਗਾ ਕਿ ਸਾਡੇ ਇਹ ਕੀ ਰਥ ਤੇ ਰਥ ਚਲਾਉਣ ਵਾਲਾ ਕੌਣ ਹੈ। ਭਾਵਾਂ ਕਿ ਮੈਂ ਉਸ ਉਪਨਿਸ਼ਦ ਦਾ ਹਵਾਲਾ ਦੇ ਦਿੱਤਾ ਜਿਹਦੇ ਵਿੱਚ ਸਾਡੀਆਂ ਇੰਦਰੀਆਂ ਨੂੰ ਘੋੜੇ ਗਿਆ, ਬੁੱਧੀ ਨੂੰ ਸਾਰਥੀ ਕਿਹਾ, ਰਥ ਚਲਾਉਣ ਵਾਲਾ। ਇੱਥੇ ਮੈਨੂੰ ਯਾਦ ਹੈ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੀ ਇਹ ਗੱਲ ਧਿਆਨ ਨਾਲ ਸੁਣਿਓ। ਉਹਨਾਂ ਜਦੋਂ ਇਹਦੇ ਅਰਥ ਕੀਤੇ ਉਹ ਕਹਿੰਦੇ ਨੇ ਸਾਡੇ ਇਸ ਸਰੀਰ ਦੇ ਅੰਦਰ ਫੁਰਨਿਆਂ ਦੀ ਇੱਕ ਗੰਢ ਹੈ ਜਿਹਨੂੰ ਆਪਾਂ ਮਨ ਸ਼ਬਦ ਵੀ ਨੇੜੇ ਨੇੜੇ ਦੇ ਟੁੱਕਦੇ ਨੇ। ਉਹ ਫੁਰਨਿਆਂ ਦੀ ਗੰਢ ਜਿਹਨੂੰ ਖਿਆਲ ਤੁਸੀਂ ਕਹਿੰਦੇ ਹੋ, ਉਹ ਚੰਗੇ ਆਦਰਸ਼ ਵੀ ਸਿਰਜਦੇ ਨੇ, ਪਰ ਉਸ ਦੇ ਬਾਵਜੂਦ ਵੀ ਇਸ ਸਰੀਰ ਨੇ ਸਫ਼ਰ ਕਰਨਾ ਹੈ। ਪਰ ਜਿਹੋ ਜਿਹਾ ਸਾਡੇ ਅੰਦਰ ਫੁਰਨਾ ਇਸ ਰਥ ਨੂੰ ਚਲਾਏਗਾ, ਚੇਤੇ ਰੱਖਿਓ ਇਸ ਫੁਰਨੇ ਨਾਲ ਰਥ ਨੇ ਚੇਂਜ ਹੋ ਕੇ ਅਗਲਾ ਰੂਪ ਧਾਰਨ ਕਰ ਲੈਣਾ ਹੈ। ਹਾਲਾਂਕਿ ਸਤਿਗੁਰੂ ਨੇ ਬਾਕੀ ਯੁੱਗਾਂ ਦਾ ਜ਼ਿਕਰ ਕੀਤਾ ਅੱਗੇ, ਕਿਹੜੇ ਕਿਹੜੇ ਯੁੱਗ ਵਿੱਚ ਕਿਵੇਂ ਰਥ ਤੇ ਕਿਹੋ ਜਿਹਾ ਲੋਕ ਸਨ। ਮੇਰੀ ਬੇਨਤੀ ਹੈ ਕਿ ਇਹਨੂੰ ਧਿਆਨ ਨਾਲ ਸੁਣੋ। ਫਿਰ ਇਹ ਰਥ ਮੈਨੂੰ ਤੁਹਾਨੂੰ ਮਿਲਿਆ, ਇਹਨੇ ਟੁੱਟਣਾ ਹੈ। ਅੱਜ ਮੈਂ ਬੈਠਾ, ਮੇਰੇ ਮਾਂ, ਮੇਰੇ ਭਰਾ, ਮੇਰੇ ਬੱਚੇ, ਮੇਰੇ ਸਭ ਕੁਝ, ਤੁਹਾਡੇ ਸਭ ਕੁਝ ਸਿਸਟਮ, ਇਹ ਜਿਹੜਾ ਰਥ ਅੱਜ ਮੈਨੂੰ ਮਿਲਿਆ, ਤੁਹਾਨੂੰ ਮਿਲਿਆ, ਇਹ ਪਹਿਲਾਂ ਇਸ ਰੂਪ 'ਚ ਨਹੀਂ ਸੀ। ਇਹ ਰੂਪ ਵਟਾ ਵਟਾ ਕੇ ਆਉਂਦਾ ਹੈ। ਪਰ ਜਿਹੜਾ ਅੰਦਰ ਰਥੀ ਹੈ ਜਿਹਨੂੰ ਆਤਮਾ ਕਹਿੰਦੇ ਆ, ਉਹ ਅੰਦਰ ਸਬਰ ਕਰ ਰਿਹਾ ਹੈ। ਤੇ ਜਿਹੋ ਜਿਹੇ ਸਾਡੇ ਫੁਰਨੇ ਬਣਦੇ ਨੇ, ਚੇਤੇ ਰੱਖਿਓ ਫੁਰਨੇ ਸੁਭਾਅ ਬਣਦੇ ਨੇ, ਸੰਸਕਾਰ ਬਣਦੇ ਨੇ, ਕਰਮ ਬਣਦੇ ਨੇ। ਉਹ ਫੁਰਨੇ ਵਿੱਚੋਂ ਹੀ ਇਸ ਰਥ ਦਾ ਫੈਸਲਾ ਹੋਣਾ ਇਹਨੇ ਜਾਣਾ ਕਿਹੜੇ ਪਾਸੇ। ਭਾਈ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ ਜੀ, ਜੁਗ ਜੁਗ ਮੇਰ ਸਰੀਰ ਕਾ ਬਾਸਨਾ ਬੱਧਾ ਆਵੇ ਜਾਵੇ, ਫਿਰ ਵਟਾਈਆਂ ਗਿਆਨੀ ਹੋਏ ਮਰਮ ਕੋ ਪਾਵੇ। ਭਾਈ ਗੁਰਦਾਸ ਹੈ, ਕਹਿੰਦੇ ਨੇ ਹਰ ਬੰਦੇ ਦਾ ਸਰੀਰ ਜਿਹੜਾ ਉਹ ਵਾਸ਼ਨਾ ਦਾ ਬੱਧਾ ਆ ਰਿਹਾ। ਇਹਨੂੰ ਥੋੜਾ ਜਿਹਾ ਸੁਣੋ, ਕਿਉਂ ਕਿਹਾ ਜਾਂਦਾ ਆਪਣੇ ਫੁਰਨਿਆਂ ਤੇ ਕਾਬੂ ਪਾਓ। ਗੁਰਮੁਖੋ ਸੱਚੀ ਗੱਲ, ਜੇ ਜ਼ਬਾਨ ਬਾਣੀ ਪੜ੍ਹਦੀ ਹੈ, ਫੁਰਨਾ ਤਾਂ ਬਾਣੀ ਪੜ੍ਹ ਨਹੀਂ ਰਿਹਾ, ਖਿਆਲ ਤਾਂ ਕਿਸੇ ਹੋਰ ਪਾਸੇ ਨੇ। ਸੁਖਮਨੀ ਸਾਹਿਬ ਪੂਰਾ ਪੜ੍ਹਿਆ ਜਾ ਰਿਹਾ, ਪਰ ਯਾਦ ਮਿੱਤਰ ਦੀ ਦੁਸ਼ਮਣ ਦੀ ਆਉਂਦੀ ਪਈ ਹੈ। ਤੇ ਬੰਦਾ 24 ਅਸ਼ਟਪਦੀਆਂ ਪੜ੍ਹਨ ਤੋਂ ਬਾਅਦ ਵੀ ਮੱਥੇ ਤੇ ਤਿਉੜੀ ਲੈ ਕੇ ਉੱਠਦਾ। ਕਿਉਂ? ਕਿਉਂਕਿ ਉਹਦੇ ਅੰਦਰ ਵਾਲਾ ਜਿਹੜਾ ਫੁਰਨਾ ਸੀ ਉਹਨੂੰ ਖਿੱਚ ਕੇ ਉਧਰ ਲਿਜਾਂਦਾ ਪਿਆ। ਜੋ ਕੁਝ ਸਾਡੇ ਖਿਆਲ ਨੇ ਅੰਤਲੇ ਸਮੇਂ, ਦੇਖੋ ਕਈ ਤਾਂ ਇਹਨੂੰ ਮੰਨਦੇ ਨਹੀਂ, ਜਿਹੜੇ ਨਹੀਂ ਮੰਨਦੇ ਮੇਰਾ ਖਿਆਲ ਉਹਨਾਂ ਨੂੰ ਪ੍ਰੂਫ ਦੇਣ ਦੀ ਲੋੜ ਵੀ ਨਹੀਂ। ਯਾਦ ਰੱਖਿਓ, ਮੈਂ ਸਤਿਗੁਰੂ ਦੇ ਬਚਨ ਕੱਲ੍ਹ ਹੀ ਸ਼ਾਇਦ ਕਿਤੇ ਸਾਂਝੇ ਕਰ ਰਿਹਾ ਸਾਂ ਰਾਜਪੁਰੇ ਰਾਤ। ਮੈਂ ਕਿਹਾ ਇੱਕ ਜਗ੍ਹਾ ਤੇ ਆ ਕੇ ਭਗਤੀ ਕਰਨ ਵਾਲਾ ਵੀ ਕਹਿੰਦਾ ਹੈ ਵੀ ਠੱਠੇ ਖੂਹ 'ਚ ਡਿੱਗੋ, ਜੇ ਨਹੀਂ ਮੰਨਣਾ ਤੇ ਮੇਰਾ ਕਸੂਰ ਕੀ, ਮੈਨੂੰ ਮੇਰੇ ਰਸਤੇ ਤੇ ਚੱਲਣ ਦਿਓ। ਮੈਂ ਠੱਠਾ ਖੂਹ ਸ਼ਬਦ ਚਲੋ ਵਰਤੇ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਹੁਣ ਜੇ ਮਨ ਮੰਨ ਗਿਆ, ਉਹ ਕਹਿੰਦਾ ਨਹੀਂ ਤੂੰ ਮੰਨਦਾ, ਤੇਰੀ ਪ੍ਰੋਬਲਮ ਹੈ, ਮੇਰੀ ਨਹੀਂ। ਮਨ ਮੰਨੈ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਜੇ ਨਹੀਂ ਮੰਨਦੇ ਮੇਰੀ ਮੁਸ਼ਕਿਲ ਕੀ,
ਕਬੀਰ ਸਾਹਿਬ ਵਰਗੇ ਮਹਾਂਪੁਰਖ ਨੇ ਇਸੇ ਕਰਕੇ ਕਿਹਾ ਕਿ ਕਬੀਰ ਲੋਕ ਕੈ ਨਿੰਦਾ ਬੱਪੜਾ ਜੇ ਮਨ ਨਾਹੀ ਗਿਆਨ। ਮੈਂ ਕਿੰਨਿਆਂ ਨੂੰ ਜਾ ਕੇ ਅੱਜ ਬੜੀ ਮੁਸ਼ਕਲ 'ਚ ਫਲਾਣੇ ਬੰਦੇ ਤੁਹਾਡੇ ਬਾਰੇ ਕਹਿ ਦਿੱਤਾ, ਉਹਦੇ ਬਾਰੇ ਤੁਸੀਂ ਕੁਝ ਬੋਲੋ, ਕੁਝ ਕਹੋ। ਮੈਂ ਕਹਿੰਦਾ ਸੱਚੀ ਗੱਲ, ਇਹ ਸਾਰੀਆਂ ਗੱਲਾਂ ਪਰਮਾਰਥ ਦੇ ਰਸਤੇ ਵਿੱਚ ਕੰਡੇ ਨੇ, ਇਹ ਚੱਲਣ ਨਹੀਂ ਦਿੰਦੀਆਂ ਬੰਦੇ ਨੂੰ। ਸ਼੍ਰੀਮਾਨ ਭਾਈ ਵੀਰ ਸਿੰਘ ਦੀ ਇਹ ਗੱਲ ਮੈਨੂੰ ਯਾਦ ਹੈ ਗੁਰਮੁਖ ਜੀਵਨ 'ਚ, ਕਿ ਸੱਜਣ ਚੱਲਿਆ ਸੀ ਸਫ਼ਰ ਤੇ ਉਹਨੂੰ ਰਸਤੇ 'ਚ ਗਿਆ ਜੀ, ਤੇ ਪਹਿਲੇ ਦਿਨ ਸਵੇਰੇ ਗਿਆ ਤੇ ਸ਼ਾਮ ਨੂੰ ਵਾਪਸ ਆ ਗਿਆ। ਲੋਕਾਂ ਕਿਹਾ ਵੀ ਤੂੰ ਤਾਂ ਬੜੀ ਦੂਰ ਮੰਜ਼ਿਲ ਤੇ ਜਾਣਾ ਸੀ ਤੇ ਵਾਪਸ ਕਿਉਂ ਆ ਗਿਆ? ਉਹ ਕਹਿੰਦਾ ਅਸਲ 'ਚ ਨਾ ਮੈਨੂੰ ਪਤਾ ਲੱਗਿਆ ਰਾਹ 'ਚ ਕੰਡੇ ਬੜੇ ਡਿੱਗੇ ਨੇ, ਮੈਂ ਝਾੜੂ ਲੈਣ ਆਇਆ, ਭਾਂਡਾ ਲੈਣਾ, ਸਾਰੇ ਕੰਡੇ ਖੂੰਜ ਕੇ ਪਹਿਲਾਂ ਸੱਟਾਂਗਾ, ਪਾਸੇ ਕਰਾਂਗਾ, ਫਿਰ ਤੁਰਾਂਗਾ। ਉਹ ਸਾਰਾ ਦਿਨ ਲੱਗਾ ਰਿਹਾ, ਅੱਗੋਂ ਕੰਡੇ ਚੁਣੇ, ਪਿੱਛੋਂ ਫਿਰ ਡਿੱਗ ਪੈਣ, ਪਿੱਛੋਂ ਚੁਣੇ, ਅੱਗੋਂ ਫਿਰ ਡਿੱਗ ਪੈਣ। ਉਹ ਕਲਪ ਜਿਹਾ ਗਿਆ। ਉਹ ਸੱਜਣ ਲੰਘਿਆ, ਉਹਨੇ ਕਿਹਾ ਵੀ ਕਿਵੇਂ ਚੁਣ ਲੈ ਸਾਰੇ? ਕਹਿੰਦਾ ਮੈਂ ਤਾਂ ਦੁਖੀ ਹੋ ਗਿਆ, 2 ਚੁਣਨਾ 3 ਫਿਰ ਡਿੱਗ ਪੈਂਦੇ। ਕਹਿੰਦਾ ਮੇਰੀ ਗੱਲ ਧਿਆਨ ਨਾਲ ਸੁਣੇ, ਨਹੀਂ ਚੁਣੇ ਜਾਣੇ, ਇਹ ਤਿੱਖੀਆਂ ਸੂਲਾਂ ਇਸ ਤਰ੍ਹਾਂ ਰਹਿਣੀਆਂ ਨੇ। ਤੂੰ ਸਬਰ ਕਰਨਾ ਤੇ ਪੈਰਾਂ 'ਚ ਜੁੱਤੀ ਇੰਨੀ ਕੁ ਕਰੜੀ ਪਾ, ਇਹਨਾਂ ਕੰਡਿਆਂ ਦੇ ਮੂੰਹ ਨੂੰ ਮਿੱਧ ਕੇ ਚਲਾ ਜਾ। ਉਹ ਕਹਿਣ ਲੱਗਾ ਤੇਰੀਆਂ ਲੱਤਾਂ ਖਿੱਚਣ ਵਾਲੇ ਬੜੇ ਪੈਦਾ ਹੋਣੇ ਨਹੀਂ, ਬਸ ਤੂੰ ਇੰਨਾ ਕੁ ਦ੍ਰਿੜ ਹੋ ਜਾ, ਇਹਨਾਂ ਨੂੰ ਲਤਾੜ ਕੇ ਅੱਗੇ ਨਿਕਲ ਜਾ। ਮੈਂ ਇੱਕ ਬੇਨਤੀ ਕਰਾਂਗਾ, ਜੇ ਇੱਧਰ ਜਿਹੜਾ ਫੁਰਨਾ ਹੈ, ਪਰ ਕਰਨ ਤੋਂ ਦੂਰ ਨਾ ਜਾਵਾਂ। ਫੁਰਨਾ ਸਾਡੀ ਜ਼ਿੰਦਗੀ ਸਿਰਜਦਾ। ਫਿਰ ਬੇਨਤੀ ਸੁਣਿਓ, ਫੁਰਨਾ ਹੀ ਹੈ, ਭਾਵੇਂ ਚਲੋ ਸਾਡੇ ਸੱਜਣ ਨਹੀਂ ਕਈ ਮੰਨਦੇ। ਦੁਨੀ ਚੰਦ ਸਰਾਧ ਕਰਦਾ ਤੇ ਗੁਰੂ ਕਹਿੰਦਾ ਤੇਰਾ ਬਾਪ ਤਾਂ ਬਗਿਆੜ ਬਣਿਆ ਬੈਠਾ ਹੈ, ਕਿਉਂਕਿ ਉਹਦੇ ਮਰਨ ਲੱਗਿਆ ਫੁਰਨਾ ਕਿੱਧਰ ਸੀ। ਇਹ ਰੱਥ ਚੇਂਜ ਹੋਵੇਗਾ, ਪਰ ਜਿਹੋ ਜਿਹਾ ਫੁਰਨਾ ਬਣਾਵਾਂਗੇ ਗੁਰਮੁਖੋ ਰੱਥ ਹੋ ਜਾ ਮਿਲ ਜਾਣਾ। ਇਸੇ ਕਰਕੇ ਗੁਰਦੇਵ ਨੇ ਬਾਣੀ 'ਚ ਸ਼ਬਦ ਕਰੇ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਮੈਂ ਜੋ ਤੋ ਤੁਕਾਂ ਸੁਣਾਈਆਂ ਭਾਈ ਸਾਹਿਬ ਦੀਆਂ, ਜੁਗ ਜੁਗ ਮੇਰ ਸਰੀਰ ਕਾ, ਇੱਥੇ ਵੀ ਮੇਰ ਦਾ ਅਰਥ ਆਤਮਾ ਹੈ। ਹਰ ਇੱਕ ਜਨਮ ਵਿੱਚ ਮੇਰਾ ਆਤਮਾ ਵਾਸ਼ਨਾ ਬੱਧਾ ਆਵੇ ਜਾਵੇ। ਜਿਹੋ ਜੀ ਵਾਸ਼ਨਾ ਹੈ ਉਹ ਜਿਹਾ ਸਟਰਕਚਰ ਹੈ, ਜਿਹੋ ਜੀ ਵਾਸ਼ਨਾ ਹੈ ਉਹ ਜਿਹਾ ਸਰੀਰ ਹੈ। ਤਾਂ ਹੀ ਸਤਿਗੁਰੂ ਨੇ ਕਿਹਾ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਅਸੀਂ ਸ਼ਬਦ ਪੜ੍ਹਦੇ ਹਾਂ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ, ਕਿਉਂਕਿ ਇਹਦੇ ਫੁਰਨੇ ਦਾ ਜਿਹੜਾ ਰਥਵਾਈ ਹੈ ਉਹਦਾ ਰਥ ਅੱਗੇ ਤਿਆਰ ਕਰ ਰਿਹਾ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ। ਚੇਂਜ ਹੋ ਗਿਆ ਉਹਦਾ ਰਥ। ਇਸੇ ਕਰਕੇ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ। ਜੇ ਇਸ ਫੁਰਨੇ 'ਚ ਮੌਤ ਹੋ ਗਈ, ਬੇਸਵਾ ਜੋਨ ਵੱਲ ਵੱਲ ਉਤਰੈ। ਇਹਦਾ ਅਰਥ ਇਸਤਰੀ ਦਾ ਨੀਵਾਂਪਨ ਨਹੀਂ, ਇਹਦਾ ਅਰਥ ਜਿਹੜਾ ਵਾਸ਼ਨਾ ਵਿੱਚ ਜਨਮ, ਕਾਮ ਵਾਸ਼ਨਾ 'ਚ ਮਰਿਆ, ਉਹਦਾ ਬਣੇਗਾ ਕੀ? ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਐਸੀ ਚਿੰਤਾ ਮੈਂ, ਜੇ ਮਰੈ। ਮਹਾਰਾਜ ਕਹਿੰਦੇ ਸੂਕਰ ਜੋਨ ਵੱਲ ਵੱਲ ਉਤਰੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰੇਤ ਜੋਨ ਵੱਲ ਵੱਲ ਉਤਰੈ। ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ। ਬਦਲ ਤਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਹਿਰਦੈ ਬਸੈ। ਮੈਂ ਬੇਨਤੀ ਕਰਾਂਗਾ, ਸਾਡੇ ਅੰਦਰ ਦੇ ਫੁਰਨਿਆਂ ਦੀ ਗੰਢ ਇਸ ਰੱਥ ਨੂੰ ਧੱਕ ਕੇ ਲਿਜਾਂਦੀ ਪਈ, ਕਿਉਂਕਿ ਅਸੀਂ ਉਪਨਿਸ਼ਦ ਦੇ ਜਾਂ ਬੁੱਧ ਮਤ ਦੇ ਗ੍ਰੰਥਾਂ ਦਾ ਹਵਾਲਾ ਇਸ ਤੇ ਪੂਰਾ ਨਹੀਂ ਟਿਕਾਵਾਂਗੇ। ਮਹਾਰਾਜ ਜੀ ਨੇ ਸ਼ਬਦ ਵਰਤੇ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੋ। ਸਾਰੇ ਸਰੀਰਾਂ ਤੋਂ ਸ੍ਰੇਸ਼ਟ ਹੈ ਮਨੁੱਖਾ ਸਰੀਰ। ਇੱਕ ਇਹ ਰਥ ਹੈ ਤੇ ਇੱਕ ਇਸ ਨੂੰ ਚਲਾਉਣ ਵਾਲਾ ਰਥਵਾਹੋ ਦਾ ਅਰਥ ਕਹਿ ਲਵਾਂ, ਸਾਰਥੀ ਕਹਿ ਲਓ, ਰੱਖ ਨੂੰ ਖਿੱਚਣ ਵਾਲਾ ਕਹਿ ਲਓ। ਬੜਾ ਸੌਖਾ ਜਿਹਾ ਸ਼ਬਦ ਹੈ। ਇਹਨੂੰ ਸਾਰਥੀ ਤੇ ਖਿੱਚਣ ਵਾਲਾ ਦੋਨੋਂ ਟੁਕਣਗੇ ਅਰਥ। ਜੁਗ ਜੁਗ ਫੇਰ ਵਟਾਈਆਂ, ਹਰ ਇੱਕ ਜਨਮ ਦੇ ਅੰਦਰ ਰਥ, ਹਰ ਯੁੱਗ ਵਿੱਚ ਰਥ ਵਟੀਂਦਾ ਪਿਆ। ਮਹਾਰਾਜ ਕਹਿੰਦੇ ਨੇ ਗਿਆਨੀ ਬੁੱਝੈ ਤਾਂ ਗਿਆਨਵਾਨ ਪੁਰਸ਼ ਇਸ ਗੱਲ ਨੂੰ ਸਮਝਦੇ ਨੇ, ਅਗਿਆਨੀ ਦੇ ਵਸ ਦੀ ਇਹ ਖੇਡ ਨਹੀਂ। ਸਤਿਗੁਰੂ ਨੇ ਸ਼ਬਦ ਵਰਤੇ ਇੱਥੇ ਗਿਆਨੀ,
ਗਿਆਨੀ ਦਾ ਅਰਥ ਕਥਾਵਾਚਕ ਨਹੀਂ, ਗਿਆਨੀ ਦਾ ਅਰਥ ਜਿਹਨੂੰ ਅੰਦਰ ਦੀ ਸਮਝੇ, ਉਹ ਇਸ ਗੱਲ ਨੂੰ ਸਮਝਦਾ ਹੈ ਜਿਹਨੂੰ ਆਤਮਾ ਦਾ, ਫੁਰਨੇ ਦਾ, ਬੋਡੀ ਦਾ, ਮਨ ਦਾ, ਬੁੱਧੀ ਦੀ ਅੰਦਰ ਦੀ ਸੋਝੀ ਹੈ। ਗਿਆਨੀ ਬੁੱਝੈ ਤਾਹੇ। ਅੱਗੇ ਹੈ ਸਤਜੁਗ ਰਥ ਸੰਤੋਖ ਕਾ, ਪਰ ਇੱਥੇ ਜ਼ਿਕਰ ਨਾਮ ਦਾ ਨਹੀਂ ਆਇਆ। ਕਹਿੰਦੇ ਸਤਜੁਗ ਦਾ ਵੇਲਾ ਹੈ, ਭਾਵਾਂ ਕਿ ਸਾਡੇ ਵਿਦਵਾਨਾਂ ਨੇ ਯੁੱਗਾਂ ਦੀ ਗੱਲ ਕਰਦਿਆਂ ਇਹਨੂੰ ਮਾਨਸਿਕ ਮੰਡਲ ਨਾਲ ਵੀ ਤੁਲਨਾ ਦਿੱਤੀ, ਪਰ ਸਮੇਂ ਨਾਲ ਵੀ ਵੰਡਿਆ ਗਿਆ ਹੈ। ਹੁਣ ਸਤਜੁਗ ਦਾ ਸਮਾਂ ਹੈ, ਤੇ ਕਹਿੰਦੇ ਨੇ ਜਿਹੜਾ ਰਥ ਹੈ ਨਾ ਉਹ ਸੰਤੋਖ ਦਾ। ਰਥ ਦਾ ਅਰਥ ਸਰੀਰ ਜਿਹੜਾ ਸੰਤੋਖ ਵਿੱਚ ਰਹਿੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਰਨ ਤਪੱਸਿਆ ਬਨ ਵਿੱਚ, ਇੰਨੇ ਸੰਤੋਖੀ ਨੇ ਜੰਗਲ ਬੀਆ ਬਾਣ ਰੂਈਆਂ ਵਿੱਚ ਭਗਤੀ ਕਰਦੇ ਨੇ। ਖਾਂਦੇ ਕੀ ਨੇ? ਸਾਗ ਪੱਤੇ, ਸਾਦਾ ਜਾਂ ਭੋਜਨ ਛਕ ਕੇ ਉਹਦੀ ਇਬਾਦਤ ਕਰਦੇ ਨੇ। ਸੰਤੋਖ ਵਿੱਚ ਰਥ ਹੈ, ਇਹ ਕਾਲਾਪਨ ਨੇ। ਮੈਂ ਫਿਰ ਬੇਨਤੀ ਕਰਾਂਗਾ, ਅੱਜ ਵੀ ਜੇ ਦੇਖੋ, ਜੇ ਯੁੱਗਾਂ ਨੂੰ ਗਿਣਾਂਗੇ ਨਾ ਜੀ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਜੇ ਇਧਰੋਂ ਗਿਣਤੀ ਕਰਾਂਗੇ ਤੇ ਪਹਿਲਾ ਸਤਯੁਗ ਆਵੇਗਾ ਤੇ ਸਤਯੁਗ ਤੋਂ ਬਾਅਦ ਆ ਜਾਏਗਾ ਤ੍ਰੇਤਾ। ਪਰ ਸਾਡੇ ਮਨ 'ਚ ਆਵੇਗਾ ਵੀ ਪਹਿਲੇ ਤੋਂ ਬਾਅਦ ਤਾਂ ਦੂਜਾ ਹੁੰਦਾ, ਇਹ ਤੀਜਾ ਕਿਵੇਂ ਆ ਗਿਆ? ਪਰ ਜੇ ਕਲਯੁਗ ਤੋਂ ਗਿਣਤੀ ਕਰੋਗੇ ਤੇ ਗਿਣਤੀ ਬੜੀ ਫਿੱਟ ਬਹਿਗੀ। ਕਲਯੁਗ ਤੋਂ ਪਹਿਲਾਂ ਅਸੀਂ ਦੇਖਾਂਗੇ ਤੇ ਦੁਆਪਰ, ਪਹਿਲਾ ਕਲਯੁਗ, ਫਿਰ ਦੁਆਪਰ, ਫਿਰ ਤੀਜਾ ਤ੍ਰੇਤਾ ਤੇ ਚੌਥਾ ਸਤਯੁਗ। ਮੇਰੀ ਗੱਲ ਸੁਣਿਓ ਫਿਰ ਧਿਆਨ ਨਾਲ। ਜੇ ਕਲਯੁਗ ਤੋਂ ਬੈਕ ਜਾਂਦੇ ਆ ਤੇ ਗਿਣਤੀ ਬੜੀ ਫਿੱਟ ਬਹਿੰਦੀ। ਜੇ ਉਧਰੋਂ ਚੋਲਨੇ ਹਾਂ ਤੇ ਉਧਰ ਸਾਨੂੰ ਪਤਾ ਲੱਗ ਜਾਂਦਾ ਵੀ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਜੇ ਕਲਯੁਗ ਤੋਂ ਸ਼ੁਰੂ ਕਰਦੇ, ਕਲਯੁਗ, ਦੁਆਪਰ, ਤ੍ਰੇਤਾ ਤੇ ਸਤਯੁਗ। ਸਮੇਂ ਦੀ ਵਾਂਡੇ 'ਚ ਕੋਈ ਸ਼ੱਕ ਨਹੀਂ, ਪਰ ਪਾਪ ਉਹਨਾਂ ਯੁੱਗਾਂ ਵਿੱਚ ਵੀ ਹੁੰਦੇ ਸਨ। ਪ੍ਰਹਿਲਾਦ ਹੈ, ਕਿੰਨਾ ਦੁੱਖ ਦਿੱਤਾ ਜਾ ਰਿਹਾ ਉਹਨੂੰ, ਪਰ ਉਦੋਂ ਜ਼ਿਆਦਾਤਰ ਬਿਰਤੀ ਕੀ ਹੈ? ਇਹ ਅੰਦਰ ਦੀ ਵੀ ਅਵਸਥਾ ਹੈ। ਸਤਯੁਗ ਵਿੱਚ ਜਿਹੜਾ ਸਰੀਰ ਦਾ ਰਥ ਹੈ ਸੰਤੋਖ ਦਾ, ਜੋ ਪ੍ਰਮਾਤਮਾ ਨੇ ਦੇ ਦਿੱਤਾ ਉਹਦੇ 'ਚ ਸਬਰ ਕੀਤਾ, ਪ੍ਰਮਾਤਮਾ ਦੀ ਭਗਤੀ ਇਬਾਦਤ ਵੱਲ ਚੱਲ ਪਏ। ਇਹ ਸਤੋਯੁਗੀ ਸੁਭਾਗ ਹੈ, ਇਹ ਸਤਯੁਗ ਦਾ ਰਥ ਹੈ। ਮਹਾਰਾਜ ਕਹਿੰਦੇ ਧਰਮ ਅੱਗੇ ਰਥਵਾਹੁ। ਅੰਦਰ ਜਿਹੜੇ ਧਰਮ ਦੇ ਫੁਰਨੇ ਨੇ, ਜਿਹੜੇ ਧਰਮ ਦੇ ਖਿਆਲ ਨੇ, ਉਹ ਇਸ ਬੰਦੇ ਦੇ ਸੰਤੋਖ ਦੇ ਰਥ ਨੂੰ ਅੱਗੇ ਲਿਜਾਂਦੇ ਪਏ ਨੇ। ਸਤਯੁਗ ਵਿੱਚ ਸਰੀਰ ਸੰਤੋਖ ਵਿੱਚ, ਇੰਦਰੇ ਸੰਤੋਖ ਵਿੱਚ ਨੇ, ਕੋਈ ਕਾਹਲੀ ਨਹੀਂ, ਕੋਈ ਕਲਪਨਾ ਨਹੀਂ। ਤੇ ਇਹਨੂੰ ਧਰਮ ਦਾ ਜਿਹੜਾ ਰਥਵਾਨ ਹੈ, ਖਿੱਚਣ ਵਾਲਾ, ਇਹਨੂੰ ਧਰਮ ਹੈ। ਬੰਦਾ ਧਰਮ ਕਮਾ ਰਿਹਾ ਹੈ, ਧਰਮ ਕਮਾਉਣ ਲਈ ਉਹ ਸੰਤੋਖੀ ਹੈ, ਉਹ ਤ੍ਰਿਸ਼ਨਾ 'ਚ ਨਹੀਂ। ਮਹਾਰਾਜ ਕਹਿੰਦੇ ਤ੍ਰੇਤੈ ਰਥ ਜਤੈ ਕਾ। ਤ੍ਰੇਤਾ ਯੁੱਗ ਆਉਂਦਾ ਹੈ ਤੇ ਹੁਣ ਬੰਦਾ ਆਪਣੇ ਜਤ ਨੂੰ ਕਾਇਮ ਰੱਖਣਾ ਚਾਹੁੰਦਾ। ਇਹ ਅਗਲੀ ਬੇਨਤੀ, ਜੋਰ ਅੱਗੇ ਰਥਵਾਹੁ। ਜੋਰ ਦਾ ਅਰਥ ਹੈ ਤਾਕਤ, ਸ਼ਕਤੀ, ਸੂਰਮਗਤੀ। ਕਹਿੰਦੇ ਨੇ ਬੰਦਾ ਤ੍ਰੇਤੇ ਯੁੱਗ ਵਿੱਚ ਆਪਣੇ ਆਪ ਨੂੰ ਸੂਰਮਾ ਬਣਾਉਣ ਲਈ ਤੁਰਿਆ, ਪਰ ਉਹ ਸੂਰਮਾ ਤਾਂ ਹੀ ਬਣ ਸਕੇਗਾ ਜੇ ਆਪਣੀ ਇੰਦਰੀਆਂ ਤੇ ਕਾਬੂ ਪਾਏਗਾ, ਤਾਂ ਜੇ ਜਤੀ ਹੋਵੇਗਾ, ਕਰੈਕਟਰ ਦਾ ਉੱਚਾ ਹੋਵੇਗਾ। ਤੇ ਇਹ ਸੱਚ ਜੇ ਮੈਂ ਬੇਨਤੀ ਕਰਾਂ ਕਿ ਸਰੀਰਕ ਤਾਕਤ ਨੂੰ ਇੰਨੀ ਤਾਕਤ ਕਦੀ ਨਾ ਮੰਨਿਓ ਜਿੰਨੀ ਆਤਮਿਕ ਤੇ ਸੁਰਤ ਦੀ ਤਾਕਤ ਹੈ। ਸਰੀਰਕ ਤਾਕਤ ਦੀ ਕੋਈ ਇੰਨੀ ਅਹਿਮੀਅਤ ਨਹੀਂ ਜਿੰਨੀ ਸੁਰਤ ਦੀ ਤਾਕਤ ਹੈ। ਸਰੀਰਕ ਤਾਕਤ ਵਾਲੇ ਬੰਦੇ ਜਿਨ੍ਹਾਂ ਦੀ ਸੁਰਤ ਗੰਦੀ ਹੈ, ਉਹਨਾਂ ਦੇ ਜੀਵਨ, ਕਿਰਦਾਰ, ਕਰੈਕਟਰ ਡਿੱਗਦੇ ਦੇਖੇ ਨੇ। ਜਿਨ੍ਹਾਂ ਦੇ ਕੋਲ ਸਰੀਰਕ ਤਾਕਤ ਇੰਨੀ ਨਹੀਂ ਪਰ ਅੰਦਰ ਦੀ ਸੁਰਤ ਬੜੀ ਬਲਵਾਨ ਹੈ, ਉਹ ਸੁਰਤ ਵਾਲੇ ਬੰਦੇ ਚੇਤੇ ਰੱਖਿਓ ਅੰਦਰ ਦੇ ਵਕਾਰਾਂ ਤੋਂ ਮੁਕਤ ਦੇਖਿਆ। ਇੱਥੇ ਮਹਾਰਾਜ ਕਹਿੰਦੇ ਨੇ ਕਿ ਹੁਣ ਤ੍ਰੇਤਾ ਯੁੱਗ ਆਇਆ ਹੈ। ਸੂਰਮ ਗਤੀ ਨੂੰ ਪ੍ਰਾਪਤ ਕਰਨ ਲਈ ਬੰਦਾ ਜਤ ਨੂੰ ਧਾਰਨ ਕਰੀ ਬੈਠਾ ਹੈ, ਆਪਣੇ ਇੰਦਰੀਆਂ ਤੇ ਕਾਬੂ ਪਾ ਰਿਹਾ ਹੈ, ਆਪਣੇ ਜੀਵਨ ਨੂੰ ਚੰਗਾ ਬਣਾ ਰਿਹਾ ਹੈ। ਜਿੰਨਾ ਕੋਈ ਆਪਣੇ ਇੰਦਰੀਆਂ ਤੇ ਕਾਬੂ ਪਾਏਗਾ, ਉਹਨਾਂ ਗੁਰਮੁਖੋ ਆਤਮਿਕ ਜੇਤੂ ਸੂਰਮਾ ਬਣੇਗਾ। ਸਤਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹੁ। ਤ੍ਰੇਤੈ ਰਥ ਜਤੈ ਕਾ, ਜੋਰ ਅੱਗੇ ਰਥਵਾਹੁ। ਤ੍ਰੇਤੇ ਦੇ ਵਿੱਚ ਇਸ ਸਰੀਰ ਰਥ ਨੂੰ ਜਤ, ਜੋਰ ਜਿਹੜਾ ਹੈ, ਉਹਦੀ ਤਾਂ ਪ੍ਰਾਪਤੀ ਲਈ ਇਨਸਾਨ ਆਪਣੇ ਜਤ ਨੂੰ ਅੱਗੇ ਕਾਇਮ ਕਰਨ ਦੇ ਲਈ ਇਸ ਤਾਕਤ ਨੂੰ ਰਥਵਾਈ ਬਣਾ ਕੇ, ਖਿੱਚਣ ਵਾਲਾ ਬਣਾ ਕੇ ਅੱਗੇ ਜਾ ਰਿਹਾ। ਦੁਆਪੁਰ ਰਥ ਤਪੇਗਾ।
ਹੁਣ ਦੁਆਪਰ ਦਾ ਸਮਾਂ ਆਇਆ ਹੈ ਤੇ ਲੋਕਾਂ ਨੇ ਤਪ ਕਰਨੇ ਸ਼ੁਰੂ ਕਰ ਦਿੱਤੇ। ਅਸਲ 'ਚ ਦੁਆਪਰ ਵਿੱਚ ਬੜੇ ਲੋਕਾਂ ਨੇ ਤਪ ਕੀਤੇ। ਮਹਾਰਾਜ ਕਹਿੰਦੇ 7 ਅੱਗੇ ਰਥਵਾਓ। ਇੱਥੇ 7 ਦਾ ਅਰਥ ਹੈ ਸਤੋ ਗੁਣੀ, ਜਿਹੜੇ ਮਾਇਆ ਦੇ 3 ਗੁਣ, ਰਜ ਗੁਣ, ਤਮ ਗੁਣ, ਸਤ ਗੁਣ। ਇਹ ਸਤੋ ਗੁਣੀ ਬਿਰਤੀ ਨੂੰ ਅੱਗੇ ਰਥਵਾਈ ਬਣਾ ਦਿੱਤਾ। ਇਹ ਅੱਗੇ ਤੁਰ ਰਹੀ ਹੈ ਤੇ ਮਹਾਰਾਜ ਕਹਿੰਦੇ ਨੂੰ ਕਲਯੁਗ ਆ ਗਿਆ, ਰਥ ਅੱਗ ਦਾ ਬਣ ਗਿਆ, ਇਹਨੂੰ ਖਿੱਚਣ ਵਾਲਾ ਝੂਠ ਆ ਗਿਆ। ਮੈਂ ਸਿਰਫ ਬੜੇ ਸਰਲ ਜਿਹੇ ਅਰਥ ਕੀਤੇ ਨੇ ਟਾਈਮ ਹੋਣ ਕਰਕੇ, ਪਰ ਇਸ ਲੜੀ ਨੂੰ ਆਪਾਂ ਅੱਗੇ ਤੋਰੀ ਜਾਵਾਂਗੇ ਜਿੰਨੀ ਦੇਰ ਤੱਕ ਪੌੜੀ ਦੇ ਅਰਥ ਨਹੀਂ ਹੋਣਗੇ। ਮੈਂ ਆਖਰੀ ਅਰਥ ਤਾਂ ਕੀਤੇ ਚਲੋ ਸਮਝ ਪੈ ਜਾਏ ਕਿ ਕੀ ਗੱਲ ਆਪਾਂ ਕਹਿਣੀ ਚਾਹੁੰਦੇ ਹਾਂ। ਸਤਯੁਗ ਵਿੱਚ ਸਰੀਰ ਸੰਤੋਖੀ ਨੇ ਤੇ ਧਰਮ ਇਹਨੂੰ ਖਿੱਚਣ ਵਾਲਾ ਰਥਵਾਈ ਹੈ। ਤ੍ਰੇਤੇ ਵਿੱਚ ਜਤ ਦਾ ਰਥ ਹੈ ਤੇ ਖਿੱਚਣ ਵਾਲਾ ਜ਼ੋਰ ਸੂਰਮ ਗਤੀ ਹੈ। ਦੁਆਪਰ ਵਿੱਚ ਤਪ ਦਾ ਰਥ ਹੈ, ਖਿੱਚਣ ਵਾਲੀ ਸਤੋਗੁਣੀ ਬਿਰਤੀ ਹੈ। ਕਲਯੁਗ ਆ ਗਿਆ ਤੇ ਮਹਾਰਾਜ ਕਹਿੰਦੇ ਨੇ ਕਲਯੁਗ ਦੇ ਵਿੱਚ ਰਥ ਅੱਗ ਦਾ ਹੋ ਗਿਆ। ਅੱਗ ਦਾ ਅਰਥ ਸੁਬਾ ਮੈਂ ਦੀ ਡਿਟੇਲ ਨਾਲ ਅਰਜ਼ ਕਰਾਂਗਾ। ਅੱਗ ਦਾ ਅਰਥ ਬਾਹਰ ਦੀ ਅੱਗ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦੇ ਦੇ ਅੰਦਰ ਅੱਗ ਦੇ ਵਕਾਰਾਂ ਦੇ ਭਾਂਬੜ ਮੱਚੇ ਪਏ ਨੇ। ਇਹਨੂੰ ਖਿੱਚਣ ਵਾਲਾ ਜਿਹੜਾ ਰਥਵਾਈ ਹੈ ਨਾ, ਉਹ ਕੂੜ ਹੈ। ਕਲਯੁਗ ਵਿੱਚ ਬੰਦਿਆਂ ਦੇ ਅੰਦਰ ਅੱਗ ਨਾਲ ਸੜਦੇ ਪਏ ਨੇ। ਕੂੜ ਫਿਰੇ ਪ੍ਰਧਾਨ ਵੇ ਲਾਲੋ, ਝੂਠ ਜਿਹੜਾ ਇਸ ਰਥ ਨੂੰ ਅੱਗੇ ਖਿੱਚਦਾ ਪਿਆ ਹੈ। ਇਹਦੀ ਡਿਟੇਲ ਨਾਲ ਵਿਚਾਰ ਆਪਾਂ ਸੁਬਹ ਦੇ ਦੀਵਾਨ ਵਿੱਚ ਕਰਾਂਗੇ, ਕਿਉਂਕਿ ਮੈਂ ਅੱਜ ਲੜੀ ਸ਼ੁਰੂ ਕੀਤੀ ਹੈ ਇਸ ਦੀ। ਮੈਂ ਯਤਨ ਕਰਨਾ 13, 14, 15 ਪੌੜੀਆਂ ਜਿੰਨੇ ਦਿਨ ਵੀ ਲੱਗਣ। ਆਪ ਜੀ ਸਹਿਯੋਗ ਬਖਸ਼ਿਓ। ਸਵੇਰੇ ਪੂਰੇ 8 ਵਜੇ ਆਪਾਂ ਵਿਚਾਰ ਪ੍ਰਾਰੰਭ ਕਰਾਂਗੇ। ਕੱਲ ਸ਼ਾਮ ਨੂੰ ਜੇ ਆਪ ਸਹਿਯੋਗ ਬਖਸ਼ਿਓ ਆਪਾਂ 7 ਵਜੇ, 7:15 ਵਜੇ ਸ਼ੁਰੂ ਕਰ ਲਈਏ, ਕਿਉਂਕਿ ਸੌਖਾ ਹੋ ਜਾਏਗਾ। ਹੋਰ ਦੀਵਾਲੀ ਵਾਲੀ ਜਿਹੜੀ ਰਾਤ, ਉਸ ਰਾਤ ਵੀ ਆਪਾਂ ਵਿਚਾਰ ਕਰਾਂਗੇ। ਪਰ ਮੈਂ ਬੇਨਤੀ ਕਰਾਂਗਾ, ਚਲੋ ਵਿਦਿਆਰਥੀ ਤਾਂ ਇੱਥੇ ਪੜ੍ਹਦੇ ਨੇ, ਜਿਹੜੇ ਤੁਸੀਂ ਬਾਣੀ ਪੜ੍ਹਦੇ ਹੋ ਨਾ, ਪਲੀਜ਼ ਇਹ ਸ਼ਲੋਕ ਸਵੇਰੇ ਪੜ੍ਹ ਕੇ ਜ਼ਰੂਰ ਆਇਓ। 2-3 ਵਾਰੀ ਪੜ੍ਹੋ, ਫਿਰ ਮੈਨੂੰ ਅਰਥ ਕਰਨ 'ਚ ਬੜੀ ਸੁਖੈਨਤਾ ਲੱਗੇਗੀ। ਕਿਉਂਕਿ ਅੱਗੇ ਹੁਣ ਸ਼ੁਰੂ ਹੋ ਜਾਣੇ 4 ਵੇਦ। ਫਿਰ 4 ਵੇਦਾਂ 'ਚ ਕਿਤੇ ਸ਼ਵੇਤ ਹੈ, ਕਿਤੇ ਪੀਲੇ ਕਾਲੇ ਦੀ ਗੱਲ ਕੀਤੀ। ਪਰ ਅਖੀਰਲਾ ਮੈਂ ਤੱਤ ਫਿਰ ਵੀ ਤੁਹਾਨੂੰ ਕਹਿ ਦਿਆਂ, ਭਾਉ ਭਗਤ ਕਰ ਨੀਚ ਸਦਾਇਕ ਹੈ। ਜਿਹੜਾ ਪ੍ਰੇਮਾ ਭਗਤੀ ਕਰਕੇ ਨੀਵਾਂ ਸਦਾਉਂਦਾ, ਉਹ ਹੀ ਸਭ ਤੋਂ ਉੱਤਮ ਹੈ।